ਸਤਨਾਮ ਵਾਹਿਗੁਰੂ ਜੀਓ। ਜਿਨੀ ਮੈਂਡਾ ਲਾਲ ਰਜਾਇਆ, ਹੋਂ ਤਿਸ ਆਗੈ ਮਨ ਡੇਹਿਆ। ਨਾਨਕ ਕੈ ਸੁਣ ਬਿਨੋ ਸੁਹਾਗਨ, ਮੂੰ ਦਸ ਡਿਖਾ ਫਿਰ ਕੇਹੀਆ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸਈ। ਹੋਂ ਟੁੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਸਤਿਗੁਰਾਂ ਦੀ ਦਿੱਤੀ ਹੋਈ ਮੱਤ ਮੁਤਾਬਕ ਸਤਿਗੁਰੂ ਜੀ ਦੇ ਗੁਣ ਅਤੇ ਜਿਨ੍ਹਾਂ ਰੂਹਾਂ ਨੇ ਸਤਿਗੁਰੂ ਜੀ ਨੂੰ ਪਿਆਰ ਕਰਕੇ ਰਿਝਾ ਲਿਆ, ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ, ਦਰਗਾਹ ਪ੍ਰਵਾਨ ਹੋ ਗਏ, ਉਹਨਾਂ ਸਤਿਗੁਰੂ ਦੇ ਪਿਆਰਿਆਂ ਦੀਆਂ ਕਥਾ ਕਹਾਣੀਆਂ ਵੀ ਸਾਂਝੀਆਂ ਕਰਦੇ ਆ ਰਹੇ ਹਾਂ। ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਮਹਾਨ ਜੀਵਨ 'ਚੋਂ ਕੁਝ ਕੁ ਘਟਨਾਵਾਂ ਦਾ ਜ਼ਿਕਰ ਇੱਕ ਦੀਵਾਨ ਵਿੱਚ ਕੀਤਾ ਸੀ, ਅੱਜ ਦੂਸਰਾ ਹਿੱਸਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਦੀ ਅਤੇ ਉਹਨਾਂ ਦੇ ਨਾਲ ਉਸ ਵਕਤ ਜੁੜ ਰਹੇ ਵੱਖ ਵੱਖ ਜਗ੍ਹਾ ਤੋਂ ਗੁਰਮੁਖ ਪਿਆਰੇ ਸਤਸੰਗੀ ਜਨ, ਕਿਵੇਂ ਉਹਨਾਂ 'ਤੇ ਸਤਿਗੁਰਾਂ ਦੀਆਂ ਮਿਹਰਾਂ ਵਰਤਦੀਆਂ ਰਹੀਆਂ, ਕਿਵੇਂ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸ਼ਬਦਾਂ ਨੂੰ, ਬਾਣੀ ਵਿੱਚ ਜੋ ਨਾਮ ਦਾ ਪ੍ਰਕਾਸ਼ ਉਹਨੂੰ ਪੁੰਚਦੇ ਰਹੇ, ਮਾਣਦੇ ਰਹੇ, ਕਿਵੇਂ ਉਹਨਾਂ ਵਿੱਚ ਜੋਤ ਵਿਗਾਸ ਹੁੰਦੀ ਰਹੀ, ਉਹਨਾਂ ਦੇ ਦਰਸ਼ਨ ਕਰਾਂਗੇ। ਆਓ ਸਭ ਤੋਂ ਪਹਿਲਾਂ ਗੁਰੂ ਕੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਮਹਾਨ ਪਵਿੱਤਰ ਬਚਨ ਨੇ ਸਾਨੂੰ ਹੁਕਮ ਹੈ ਵੀ ਉਹ ਗੁਰੂ ਕਾ ਸਿੱਖ ਧੰਨ ਧੰਨ ਉਹਨੂੰ ਕਹੀਏ ਜਿਹੜਾ ਸਤਿਗੁਰੂ ਦੇ ਚਰਨੀ ਪੈ ਜਾਂਦਾ ਹੈ। ਚਰਨੀ ਪੈਣ ਤੋਂ ਭਾਵ ਜਿਹੜਾ ਸਤਿਗੁਰੂ ਜੀ ਨੂੰ ਸੱਚਮੁੱਚ ਆਪਣੀ ਸੁਰਤੀ ਦਾ, ਹਿਰਦੇ ਦਾ, ਰੂਹ ਦਾ ਗੁਰਦੇਵ ਮੰਨ ਕੇ ਉਹਨਾਂ ਨੂੰ ਪਿਆਰ ਕਰਦਾ ਹੈ। ਉਹ ਧੰਤਾ ਯੋਗ ਨੇ ਗੁਰੂ ਕੇ ਸਿੱਖ, ਜਿਨ੍ਹਾਂ ਦੇ ਮੁੱਖ ਵਿੱਚ ਵਾਹਿਗੁਰੂ ਦਾ ਨਾਮ ਚੱਲਦਾ ਹੈ। ਉਹ ਧੰਨ ਨੇ ਜਿਨ੍ਹਾਂ ਨੂੰ ਅੰਦਰੋਂ ਨਾਮ ਅਤੇ ਨਾਮ ਦੀਆਂ ਬਰਕਤਾਂ ਸੁਣਦਾ ਹੈ। ਕੌਣ? ਕਹਿਣ ਨੂੰ ਤਾਂ ਨਾਮ ਹੀ ਹੁੰਦਾ ਹੈ। ਨਾਮ ਦੁਆਰਾ ਜੋ ਅਕਾਲ ਪੁਰਖ ਬੋਲਦਾ, ਕਦੇ ਅਨਹਦ ਨਾਦ ਦੇ ਰੂਪ ਅੰਦਰ, ਪੰਜ ਸ਼ਬਦਾਂ ਦੇ ਅੰਦਰ, ਉਹਦੇ ਅਨੇਕਾਂ ਹੀ ਢੰਗ। ਕਹਿੰਦੇ ਧੰਨ ਨੇ ਜਿਨ੍ਹਾਂ ਨੂੰ ਉਹ ਸੁਣਦਾ ਸਿੱਧਾ। ਸਤਿਗੁਰਾਂ ਦੇ ਬਚਨ ਨੇ, ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਆਨੰਦ ਵਿੱਚ ਆ ਜਾਏ ਜਿਸ ਨਾਮ ਨੂੰ ਸੁਣ ਕੇ। ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਇਹ ਨਾਮ ਸੁਣਦਾ, ਉਹ ਖੁਦ ਤੇ ਆਨੰਦ ਵਿੱਚ ਹੁੰਦੇ ਹੀ ਨੇ। ਜਿਹੜਾ ਉਸ ਔਰੇ ਵਿੱਚ ਆ ਗਿਆ, ਉਹਨੂੰ ਵੀ ਕਿਵੇਂ ਆਨੰਦ ਵਿੱਚ ਲੈ ਜਾਂਦੇ ਨੇ, ਆਪਾਂ ਦਰਸ਼ਨ ਕਰਦੇ ਹਾਂ। ਸਤਿਗੁਰਾਂ ਦੇ ਬਚਨ ਨੇ, ਧੰਨ ਧੰਨ ਸੋ ਗੁਰਸਿੱਖ ਕਹੀਏ
ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਨਾਮ ਪੰਜਾਂ ਪਿਆਰਿਆਂ ਕੋਲੋਂ ਲੈਣ ਤੋਂ ਬਾਅਦ ਉਹ ਹੁਣ ਨਾਮ ਦੀ ਕਮਾਈ ਕਰਕੇ ਜਿਹੜਾ ਉਹ ਨਾਮ ਲੈਣ ਦਾ ਮਤਲਬ ਨਾਮ ਵਿੱਚ ਬੈਠਾ ਪਰਮਾਤਮਾ ਜਿਹੜੇ ਉਹਨੂੰ ਪ੍ਰਗਟ ਕਰ ਲੈਂਦੇ ਨੇ। ਤਿਸ ਗੁਰਸਿੱਖ ਕੋ ਹੋਂ ਸਦਾ ਨਮਸਕਾਰੀ, ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਇਹੋ ਜਿਹੇ ਸਤਿਗੁਰੂ ਕੇ ਪਿਆਰਿਆਂ ਨੂੰ ਸਦਾ ਹੀ ਨਮਸਕਾਰ ਨਮਸਕਾਰ, ਜਿਹੜੇ ਸਤਿਗੁਰੂ ਦੇ ਭਾਣੇ ਵਿੱਚ ਚੱਲਦੇ ਨੇ, ਸਤਿਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ। ਆਪਾਂ ਗੱਲ ਕਰ ਰਹੇ ਸਾਂ ਗੁਰੂ ਕੇ ਪਿਆਰਿਓ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੀ ਹੋਰਾਂ ਦੀ। ਪਿਆਰਿਓ ਇੱਕ ਤੇ ਹੁੰਦਾ ਹੈ ਨਾ ਭਈ ਐਵੇਂ ਓਪਰਾ ਜਿਹਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ, ਅਰਦਾਸ ਕਰਨੀ, ਪਰ ਅੰਦਰ ਉਹ ਗੁਰੂ ਸ਼ਬਦ ਦੀ ਕਮਾਈ ਨਾ ਹੋਣ ਕਾਰਨ ਜੀਵਨ ਵਿੱਚ ਕੁਛ ਵੀ ਬਦਲਣਾ ਨਾ। ਹਰ ਕੋਈ ਚੰਗਾ ਜਿਹੜਾ ਵੀ ਕਿਸੇ ਤਰੀਕੇ ਜੁੜਿਆ ਹੈ, ਪਰ ਜੋ ਸਤਿਗੁਰੂ ਜੀ ਮਨੁੱਖ ਨੂੰ ਦੇਣਾ ਚਾਹੁੰਦੇ ਨੇ ਉਹ ਦਾਤ ਨਹੀਂ ਮਿਲਦੀ ਕਮਾਈ ਤੋਂ ਬਗੈਰ। ਉਹ ਜਦੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨੇ, ਮੈਂ ਉਸ ਦਿਨ ਜ਼ਿਕਰ ਕੀਤਾ ਸੀ, ਉਹਨਾਂ ਨੇ 23 ਪੁਸਤਕਾਂ ਲਿਖੀਆਂ ਅਤੇ ਉਹਦੇ ਨਾਲ ਹੋਰ ਟਰੈਕਟ ਨਿੱਕੇ ਨਿੱਕੇ ਲਿਖੇ, ਲਗਭਗ 43 ਕਿਤਾਬਾਂ ਹਨ। ਭਾਈ ਸਾਹਿਬ ਖੁਦ ਲਿਖਦੇ ਹਨ। ਇੱਕ ਵਾਰ ਖਜ਼ਾਰੀ ਬਾਗ ਜੇਲ੍ਹ ਤੋਂ ਗਿਆਨੀ ਨਾਰ ਸਿੰਘ ਗੁਜਰਵਾਲ ਨੂੰ ਚਿੱਠੀ ਦਾ ਜਵਾਬ ਦਿੰਦਿਆਂ ਉਹਨਾਂ ਨੇ ਪੂਰੇ ਦਿਨ ਅਤੇ ਰਾਤ ਜੋ ਕੁਛ ਜੇਲ੍ਹ ਵਿੱਚ ਸਮਾਂ ਮਿਲਦਾ ਉਹਦੀ ਡਿਟੇਲ ਦਿੱਤੀ ਸਾਨੇ। ਅਤੇ ਉਹਦੇ 'ਚ ਲਿਖਦੇ ਸੀ 2 ਘੰਟੇ ਸੁਬਾਹ ਅਤੇ 2 ਘੰਟੇ ਸ਼ਾਮ, 4 ਕੁ ਘੰਟੇ ਸਾਨੂੰ ਮਿਲਦੇ ਨੇ ਜਦੋਂ ਪਿਆਰਿਆਂ ਦੇ ਜਵਾਬ ਦੇਣੇ ਹੁੰਦੇ, ਕੁਛ ਲਿਖਣਾ ਹੁੰਦਾ, ਜੋ ਚਿੱਠੀਆਂ ਆਈਆਂ ਪੜ੍ਹਨੀਆਂ ਜਾਂ ਜੋ ਮਹਾਰਾਜ ਆਪਣੇ ਵੱਲੋਂ ਲਿਖਾਉਂਦੇ ਨੇ ਉਹ ਲਿਖੀਦਾ। ਭਾਈ ਸਾਹਿਬ ਜੀ ਦੀਆਂ ਪੁਸਤਕਾਂ ਮਸ਼ਹੂਰ ਹਨ। ਰੰਗਲੇ ਸੱਜਣ, ਉਹਨਾਂ 'ਚੋਂ 23 ਗੁਰਮੁਖਾਂ ਦਾ ਜੀਵਨ ਉਹਨਾਂ ਨੇ ਲਿਖਿਆ। ਅਣਡਿੱਠੀ ਦੁਨੀਆ ਖੈ, ਜੇਲ੍ਹ ਚਿੱਠੀਆਂ ਖਾਨ, ਗੁਰਮਤਿ ਬਵੇਕ ਕੈ ਜੋਤ ਵਿਗਾਸ ਹੈ ਪੁਸਤਕਾਂ ਹਨ। ਮੈਂ ਗੱਲ ਕਰਾਂ ਕੇਵਲ 2-3 ਪੁਸਤਕਾਂ ਦੇ ਵਿੱਚੋਂ ਕੁਝ ਕੁ ਫੁੱਲ, ਕੁਝ ਕੁ ਮੋਤੀ ਚੁੱਕ ਕੇ ਸਾਂਝੇ ਕਰੀਏ। ਜਦੋਂ ਕੋਈ ਸੱਚਮੁੱਚ ਤੁਰਦਾ ਹੈ ਅਤੇ ਕਿਵੇਂ ਕਲਾ ਵਰਤਦੀ ਹੈ। ਦਾਤਾਂ ਵੀ ਬੜੀ ਛੇਤੀ ਮਿਲਦੀਆਂ ਨੇ, ਪਰ ਦਾਤਾਂ ਨੂੰ ਸੰਭਾਲ ਕੇ ਰੱਖਣਾ ਉਸ ਨਾਲੋਂ ਜ਼ਰੂਰੀ ਹੁੰਦਾ ਹੈ। ਜਦੋਂ ਭਾਈ ਸਾਹਿਬ ਦੀਆਂ ਲਿਖਤਾਂ ਪੜ੍ਹੀ ਦੀਆਂ ਨੇ ਨਾ, ਅਤੇ ਦੋਨੋਂ ਚੀਜ਼ਾਂ ਦੇ ਬੜੇ ਖੁੱਲ੍ਹੇ ਦਰਸ਼ਨ ਹੁੰਦੇ ਨੇ। ਇੱਕ ਪਾਸੇ ਭਈ ਇੱਕਦਮ ਜਦੋਂ ਇੰਨਾ ਪਿਆਰਾ ਔਰਾ ਬਣਦਾ ਸੀ, ਇੱਕ ਰੰਗ ਰੱਤੀ ਰੂਹ ਹੋਵੇ ਨਾ, ਜਿਹੜਾ ਉਹਦੇ ਆਲੇ ਦੁਆਲੇ ਬੈਠੇਗਾ, ਰਲ ਕੇ ਸਿਮਰਨ ਕਰੇਗਾ, ਕੀਰਤਨ ਕਰੇਗਾ ਜਾਂ ਸੁਣੇਗਾ, ਉਹਦਾ ਵੀ ਅੰਦਰ ਇੱਕਦਮ ਜੁੜ ਜਾਂਦਾ ਹੈ। ਇੱਕਦਮ ਇੱਕ ਵਾਰੀ ਜਦੋਂ ਖਜ਼ਾਰੀ ਬਾਗ ਜੇਲ੍ਹ 'ਚ ਪਹਿਰੇਦਾਰ ਸੀ ਸਾਧੂ ਰਾਧਾ ਸਿੰਘ, ਜੇਲ੍ਹਾਂ ਵਿੱਚ ਵੀ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਨਾ, ਜਿਹੜੇ ਭਾਵੇਂ ਸਰਕਾਰ ਦੀ ਨੌਕਰੀ ਕਰਨ, ਉਹ ਨੌਕਰੀ ਕਰਦੇ ਨੇ, ਪਰ ਸੇਵਾ ਕਰਨ ਵਾਲਾ ਮਾਹੌਲ ਬਣਾ ਕੇ ਜੀਵਨ ਸਫਲਾ ਵੀ ਕਰ ਜਾਂਦੇ ਨੇ। 6ਵੇਂ ਪਾਤਸ਼ਾਹ ਜੀ ਗਵਾਲੀਅਰ ਦੀ ਕੈਦ ਵਿੱਚ ਸਨ ਕਿਲ੍ਹੇ 'ਚ, ਤਾਂ ਉੱਥੋਂ ਦਾ ਦਰੋਗੇ ਨੇ ਬਹੁਤ ਸੇਵਾ ਕੀਤੀ ਅਤੇ ਸਤਿਗੁਰਾਂ ਦੀਆਂ ਖੁਸ਼ੀਆਂ ਲਈਆਂ ਸਨ। ਮੈਂ ਗੱਲ ਕਰਨ ਲੱਗਾ ਸਾਂ, ਉਹ ਸਾਧੂ ਰਾਧਾ ਸਿੰਘ ਵੀ ਰੋਜ਼ ਦੇ ਵੇਖ ਵੇਖ ਕੇ ਵੀ ਕਿਵੇਂ ਸਿੰਘ ਵੱਖ-ਵੱਖ ਜੇਲ੍ਹਾਂ ਦੀਆਂ ਕੋਠੜੀਆਂ 'ਚ ਬੈਠੇ ਨੇ, ਪਰ ਉਹਦੇ ਵਿੱਚ ਰਹਿ ਕੇ ਵੀ ਕਿਵੇਂ ਉੱਚੀ ਉੱਚੀ ਨਾਮ ਜਪਦੇ। ਹਰ ਕੋਠੜੀ ਵਿੱਚੋਂ ਨਾਮ ਦੀ ਆਵਾਜ਼, ਨੇੜੇ ਨੇੜੇ ਹੋਣ ਕਾਰਨ ਭਾਵੇਂ ਆਪਸ 'ਚ ਮਿਲ ਨਹੀਂ ਸਕਦੇ, ਬੰਦ ਨੇ, ਪਰ ਇੱਕ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਉੱਚੀ, ਕਿਉਂਕਿ ਜਦੋਂ ਕੋਈ ਅੰਦਰੋਂ ਕਰਦਾ ਇੱਕ ਗੱਲ ਨੋਟ ਕਰਨਾ, ਉਹਦੀ ਆਵਾਜ਼ ਸੁਤੇ ਸਿੱਧ ਉੱਚੀ ਹੁੰਦੀ ਜਾਏਗੀ, ਪਰ ਉਸ ਉੱਚੀ ਆਵਾਜ਼ ਵਿੱਚ ਫਰਕ ਹੁੰਦਾ ਹੈ। ਇੱਕ ਹੁੰਦਾ ਕੋਈ ਮੇਰੇ ਜਿਹਾ ਬਹੁਤੇ ਲੋਕਾਂ ਨੂੰ ਕੁਝ ਸੁਣਾਉਣ ਲਈ ਉੱਚੀ ਉੱਚੀ ਬੋਲੇਗਾ। ਇੱਕ ਹੁੰਦਾ ਹੈ ਉਸ ਨਾਲ ਜਦੋਂ ਕਿਸੇ ਦਾ ਪਿਆਰ ਪੈਂਦਾ ਹੈ, ਸੁਰਤ ਆਪਣੇ ਆਪ ਜਿਉਂ-ਜਿਉਂ ਉੱਚੀ ਉੱਠਦੀ ਅਤੇ ਉਹ ਪਿਆਰ ਭਰੀ ਆਵਾਜ਼ ਵੀ ਉੱਚੀ ਹੁੰਦੀ ਤੁਰੀ ਜਾਂਦੀ ਹੈ। ਉਹ ਭਟਕਦੇ ਹੋਏ ਮਨਾਂ ਨੂੰ ਸ਼ਾਂਤ ਕਰਦੀ ਹੈ। ਅੰਦਰ ਇਕੱਠਾ ਕਰਨ ਵਾਸਤੇ ਜੁੜਨ ਵਿੱਚ ਉਹ ਚੀਜ਼ ਸਹਾਇਕ ਹੋਇਆ ਕਰਦੀ ਹੈ। ਸਿੰਘ ਬਾਣੀ ਪੜ੍ਹਿਆ ਕਰਦੇ ਉੱਚੀ ਉੱਚੀ, ਸਾਰੇ ਜਿਵੇਂ ਪੂਰੇ ਜੇਲ੍ਹ ਹੀ ਇੱਕ ਤਰ੍ਹਾਂ ਦਾ ਸੰਗਤ ਦਾ ਰੂਪ ਧਾਰਨ ਕਰ ਜਾਂਦੀ ਸੀ। ਭਾਵੇਂ ਸਰਕਾਰ ਵੱਲੋਂ ਅਨੇਕਾਂ ਦੁੱਖ ਮੁਸੀਬਤਾਂ ਦੇਣੀਆਂ, ਕਸ਼ਟ ਦੇਣੇ, ਕਦੇ ਬੰਦ ਕਰਨਾ, ਕਦੇ ਦੂਰ ਕਰਨਾ, ਕਦੇ ਧੱਕੇ ਨਾਲ ਉਹ ਚੀਜ਼ਾਂ ਖਵਾਉਣੀਆਂ ਜਿਹੜੀਆਂ ਕਿ ਗੁਰੂ ਕੇ ਸਿੱਖ ਖਾ ਨਹੀਂ ਸਕਦੇ, ਧੱਕਾ ਵੀ ਖੋਇਆ। ਤੂੰ ਗੱਲ ਕਰ ਰਹੇ ਸਾਂ
ਭਈ ਕਿਹੋ ਜਿਹੇ ਰੰਗ ਲੱਗ ਜਾਂਦੇ ਕੁਰਬਾਨੀ ਦੇ ਅਚਾਨਕ ਹੀ। ਜਿਹਨੇ ਕੁਛ ਦਾਤ ਲੈਣੀ ਹੋਵੇ ਰੰਗ ਵੀ ਲੱਗ ਜਾਂਦੇ ਅਚਾਨਕ, ਪਰ ਉਹਨਾਂ ਨੂੰ ਸੰਭਾਲਣਾ ਵੀ। ਉਹ ਸਾਧੂ ਰਾਧਾ ਸਿੰਘ ਬਾਰੇ ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਨੇ ਭਈ ਕਮਾਲ ਦੀ ਗੱਲ ਸੀ। ਭਈ ਜਦੋਂ ਇੱਕ ਦਿਨ ਅਸੀਂ ਕਹਿੰਦੇ ਸਵੇਰੇ ਵੇਖਿਆ ਵੀ ਕੌਣ ਹੈ ਬਾਹਰ ਬੂਹੇ ਦੇ, ਅਤੇ ਉਹ ਸਾਧੂ ਰਾਧਾ ਸਿੰਘ ਇੰਨੇ ਪਿਆਰ ਵਿੱਚ ਭੇਜ ਚੁੱਕੇ ਸਨ। ਉਹਨਾਂ ਦੇ ਅੰਦਰ ਇੱਕ ਪੰਕਤੀ ਨਿਕਲਦੀ ਸੀ, ਕੈਸੇ ਕਹੋ ਮੋਏ ਜੀ ਭੇਦ ਨਾਈ। ਇਹ ਬਾਣੀ ਦੀ ਪੰਕਤੀ ਕਾਹਦੀ ਸੀ? ਪੂਰਾ ਜਿਵੇਂ ਦਿਲ ਚੀਰ ਚੀਰ ਕੇ ਅੰਦਰੋਂ ਨਿਕਲਦੀ ਸੀ ਕੋਈ ਸਤਿਗੁਰਾਂ ਦੇ ਪਿਆਰ ਵਿੱਚ ਆਵਾਜ਼। ਆਪੇ ਹੀ ਸੁਰਾਂ ਬਣ ਗਈਆਂ, ਆਪੇ ਉਹ ਰਾਗ ਕਿਹੜਾ ਬਣ ਗਿਆ ਪਿਆਰਾਂ ਦਾ। ਇੰਝ ਸੀ ਜਿਵੇਂ ਕੋਈ ਬਹੁਤ ਪਿਆਰਾ ਮਿੱਠਾ ਕੀਰਤਨੀਆ ਆਵਾਜ਼ ਵਾਲਾ ਕੀਰਤਨ ਕਰ ਰਿਹਾ ਹੋਵੇ। ਜਦੋਂ ਭਾਈ ਸਾਹਿਬ ਨੇ ਦੇਖਿਆ, ਦੂਰ ਸਨ, ਮਿਲ ਤੇ ਸਕਦੇ ਨਹੀਂ ਸਨ, ਪਰ ਜਦੋਂ ਉਹਨਾਂ ਨੇ ਇਹ ਸ਼ਬਦ ਦਾ ਅੱਗਾ ਪਿੱਛੇ ਦੀਆਂ 2-4 ਪੰਕਤੀਆਂ ਪੜ੍ਹੀਆਂ ਜਿਵੇਂ ਉਹਨਾਂ ਨੂੰ ਯਾਦ ਸੀ, ਪਰ ਪੂਰੇ ਮਾਹੌਲ ਨੂੰ ਇੱਕ ਵਾਰ ਉਹਨਾਂ ਨੇ ਰੰਗ ਕੇ ਰੱਖ ਦਿੱਤਾ। ਭਾਈ ਸਾਹਿਬ ਕਹਿੰਦੇ ਸਾਡੇ ਕੰਨਾਂ 'ਚ ਆਵਾਜ਼ ਪਈ, ਸਾਨੂੰ ਇੰਨਾ ਆਨੰਦ ਆਇਆ, ਅਸੀਂ ਇੱਕ ਪੰਕਤੀ ਉੱਥੋਂ ਹੀ ਨਾਲ ਪੜ੍ਹਨ ਲੱਗ ਪਏ। ਫਿਰ ਪੂਰਾ ਸ਼ਬਦ ਵੀ ਕਰ ਦਿੱਤਾ। ਕਿੰਨਾ ਚਿਰ ਉਹ ਬਾਹਰ ਤੇ ਅਸੀਂ ਅੰਦਰ ਦੂਰ ਬੈਠਿਆਂ ਹੀ ਅੰਦਰੋਂ ਤਾਰਾਂ ਮਿਲੀਆਂ, ਇਕੱਠਿਆਂ ਨੇ ਕੀਤਾ ਬਸ ਉਹੋ ਜਿਹਾ ਆਨੰਦ ਹੋਈਏ। ਕਈ ਵਾਰ ਵੇਖਦੇ ਆ ਨਾ ਉਹ ਆਨੰਦ ਬੰਦਾ ਆਪਣੀਆਂ ਸਿਆਣਪਾਂ ਨਾਲ ਲੈਣਾ ਚਾਹੁੰਦਾ, ਨਹੀਂ, ਇਹ ਉਹਦੀ ਦਾਤ ਤੇ ਗੁਰਪ੍ਰਸਾਦ ਹੈ। ਜਦੋਂ ਕਿਸੇ ਨੂੰ ਮਿਲ ਜਾਵੇ ਪਿਆਰਿਓ, ਬਸ ਇਹੀ ਕਹਿਣਾ ਬਣਦਾ ਏ ਵੀ ਗੁਰਪ੍ਰਸਾਦ ਉਹਦੀ ਮਿਹਰ ਨਾਲ ਦਾਤਾਂ ਮਿਲਦੀਆਂ ਨੇ, ਸਿਆਣਪਾਂ ਨਾਲ ਨਹੀਂ, ਧੱਕੇ ਨਾਲ ਨਹੀਂ, ਚਲਾਕੀਆਂ ਨਾਲ ਨਹੀਂ, ਸੋਚ ਸਮਝ ਕੇ ਨਹੀਂ। ਹਾਂ, ਪਿਆਰ ਤੇ ਉਹਦੇ ਚਰਨਾਂ 'ਚ ਡਿੱਗੇ ਹੋਈਏ ਤਦੇ ਹੀ। ਬੇਨਤੀ ਕਰ ਰਿਹਾ ਸਾਂ, ਕਿਵੇਂ ਸਤਿਗੁਰਾਂ ਦੀ ਕਲਾ ਵਰਤਦੀ ਹੈ, ਮੇਰਾ ਕਿਵੇਂ ਵਰਤਦੀਆਂ ਗੁਰਬਾਣੀ ਦੀ ਪਾਰਸ ਕਲਾ ਵੇਖਣਾ। ਭਾਈ ਸਾਹਿਬ ਜਦੋਂ ਜੇਲ੍ਹ 'ਚੋਂ ਬਾਹਰ ਆਏ ਨਾ, ਅਤੇ ਸਾਰੇ ਸਿੰਘ ਜਿਹੜੇ ਰਲ ਕੇ ਇੱਕ ਜਥਾ ਬਣ ਗਿਆ ਸੀ ਨਾਮ ਜਪਣ ਵਾਲਿਆਂ ਦਾ। ਆਖਿਆ ਵੀ ਚਲੋ ਇੰਝ ਕਰੀਏ, ਜਿਨ੍ਹਾਂ ਰਾਖਾਂ ਤੋਂ ਗੁਰੂ ਕਲਗੀਆਂ ਵਾਲੇ ਚੱਲ ਕੇ ਹਜ਼ੂਰ ਸਾਹਿਬ ਗਏ ਨੇ, ਆਪਾਂ ਹਜ਼ੂਰ ਸਾਹਿਬ ਚੱਲੀਏ ਅਤੇ ਪੈਦਲ ਚੱਲੀਏ। ਜਥਾ ਤੁਰ ਪਿਆ। ਕੋਈ ਬਹੁਤਾ ਤੇ ਕੋਲ ਸਾਜੋ ਸਮਾਨ ਦੀ ਲੋੜ ਹੀ ਨਹੀਂ ਹੁੰਦੀ ਰੱਬ ਦੇ ਪਿਆਰਿਆਂ ਨੂੰ। ਮੁੱਢਲੀਆਂ ਕੇਵਲ ਲੋੜਾਂ ਕਸ਼ਹਿਰਾ ਆਦਿ ਇੱਕ ਦਾ ਚੋਲਾ ਖੋਰ ਸਤਿਗੁਰਾਂ ਦੇ ਸਰੂਪ ਨਾਲ ਲਏ। ਜਦੋਂ ਜਾ ਰਹੇ ਸਨ ਤੇ ਇੱਕ ਇਹੋ ਜਿਹੀ ਜਗ੍ਹਾ 'ਤੇ ਪਹੁੰਚੇ, ਭਈ ਉੱਥੇ ਠੰਡ ਦੇ ਦਿਨ ਸਨ, ਰਹਿਣਾ ਰਾਤ ਪੈ ਰਹੀ ਸੀ ਅਤੇ ਰਹਿਣਾ ਚਾਹੁੰਦੇ ਨੇ ਅਤੇ ਟਿਕਾਣਾ ਕੋਈ ਨਾ ਲੱਭਿਆ। ਕਹਿਣ ਲੱਗੇ ਵੀ ਇਹ ਪਿੰਡ ਇੱਥੇ ਪੁੱਛੀਏ। ਜਦੋਂ ਪੁੱਛਿਆ, ਉੱਥੋਂ ਉਹਨਾਂ ਨੇ ਸ਼ਰਾਰਤ ਨਾਲ ਨਾ ਜਗ੍ਹਾ ਦੇਣ ਦੀ ਬਜਾਏ ਕਹਿੰਦੇ ਉਹ ਕੋਠੀ ਵਿਹਲੀ ਪਈ ਹੈ, ਤੁਸੀਂ ਉੱਥੇ ਰਾਤ ਰਹਿ ਸਕਦੇ ਹੋ, ਘਰਾਂ ਵਿੱਚ ਸਾਡੇ ਕੋਲ ਥਾਂ ਨਹੀਂ। ਕਹਿੰਦੇ ਠੀਕ ਹੈ। ਉਹ ਕੋਠੀ ਕਾਫੀ ਪੁਰਾਣੀ ਬਣੀ ਸੀ ਅਤੇ ਤਕੜੀ ਸੀ, ਪਰ ਬੰਦ ਪਈ ਕਾਰਨ ਭਾਈ ਸਾਹਿਬ ਲਿਖਦੇ ਨੇ ਵੀ ਉਹ ਬਿਲਕੁਲ ਹੀ ਮੈਲੀ ਕੁਚੈਲੀ ਸੀ। ਅਣਡਿੱਠੀ ਦੁਨੀਆ ਵਿੱਚ ਕਿਤਾਬ ਵਿੱਚ ਭਾਈ ਸਾਹਿਬ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਭਾਈ ਰਣਧੀਰ ਸਿੰਘ ਜੀ ਲਿਖਦੇ ਨੇ ਵੀ ਜਦੋਂ ਅਸੀਂ ਗਏ, ਸਫਾਈ ਕੀਤੀ, ਸਾਰੀ ਸਫਾਈ ਕਰਕੇ ਇੱਕ ਕਮਰਾ ਸੋਹਣਾ ਸਜਾ ਕੇ ਅਸੀਂ ਮਹਾਰਾਜ ਜੀ ਦੇ ਸਰੂਪਾਂ ਨੂੰ ਬਿਰਾਜਮਾਨ ਕੀਤਾ। ਬਾਕੀ ਸਿੰਘ ਆਪੋ ਆਪਣੀ ਜਗ੍ਹਾ 'ਤੇ ਟਿਕ ਗਏ। ਅਸੀਂ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਉੱਥੇ ਟਿਕੇ। ਰਾਤ ਨੂੰ ਅਚਾਨਕ ਸਾਡਾ ਦਰਵਾਜ਼ਾ ਖੜਕਿਆ, ਜ਼ੋਰ ਦੀ ਖਟਖਟ ਹੋਈ। ਦਰਵਾਜ਼ਾ ਖੋਲ੍ਹਿਆ, ਕਿਉਂਕਿ ਅਸੀਂ ਰਾਤ ਬੈਠ ਕੇ ਨਾਮ ਅਭਿਆਸ ਕਰਨ ਲੱਗ ਪਏ ਸੀ ਵੀ ਅਭਿਆਸ ਕਰੀਏ। ਜਦੋਂ ਕਰਦਿਆਂ ਦਰਵਾਜ਼ਾ ਖੜਕਿਆ, ਖੋਲ੍ਹਿਆ ਅਤੇ ਇੱਕ ਬਹੁਤ ਵੱਡਾ ਭਿਆਨਕ ਰੂਪ ਜਿਹੜਾ ਕੰਬ ਰਿਹਾ ਸੀ, ਉਹ ਆ ਕੇ ਕਹਿਣ ਲੱਗਾ, ਇਹ ਤੁਸੀਂ ਮੇਰੀ ਕੋਠੀ 'ਚ ਅੱਜ ਆਏ ਹੋ, ਭਾਗ ਚੰਗੇ ਨੇ, ਅੱਜ ਸਤਿਗੁਰੂ ਜੀ ਆਏ, ਤੁਸੀਂ ਆਏ, ਤਿਆਰ ਪਰ ਤਿਆਰ ਸਿੰਘ ਮੇਰੀ ਕਲਿਆਣ ਕਰੋ। ਉਹ ਕਹਿਣ ਲੱਗੇ ਤੂੰ ਕੌਣ ਹੈ? ਕਹਿੰਦਾ ਮੈਂ ਇਸ ਕੋਠੀ ਦਾ ਮਾਲਕ ਹਾਂ। ਮੇਰਾ ਪੂਰਾ ਧਿਆਨ ਮਕਾਨ ਵੱਲ ਅਤੇ ਪੈਸੇ ਵੱਲ ਹੀ ਹੋਣ ਕਾਰਨ ਮੈਨੂੰ ਪ੍ਰੇਤ ਦੀ ਜੂਨ ਮਿਲ ਗਈ। ਇਹਦੇ 'ਚ ਕਈ ਲੋਕ ਆਏ, ਮੈਂ ਕਈਆਂ ਦਾ ਖੂਨ ਪੀਤਾ, ਮੇਰੇ ਕੋਲ ਪਾਪ ਬਹੁਤ ਹੋ ਗਏ ਨੇ, ਮੈਂ ਦੁਖੀ ਬੜਾ ਵਾਂ, ਮੈਂ ਦੁੱਖ ਦੱਸ ਨਹੀਂ ਸਕਦਾ ਜਿੰਨਾ ਕੁ ਦੁਖੀ ਹਾਂ। ਅੱਜ ਆਇਓ ਅਤੇ ਮੇਰਾ ਤਰਲਾ, ਮੇਰਾ ਉਧਾਰ ਕਰੋ, ਜ਼ਰੂਰ ਮੇਰੇ 'ਤੇ ਤਰਸ ਕਰੋ। ਇਹੋ ਜਿਹੀਆਂ ਵਿਲਕਣੀਆਂ ਤਰਲੇ ਲੈ ਭਾਈ ਸਾਹਿਬ ਕਹਿਣ ਲੱਗੇ ਵੀ ਠੀਕ ਹੈ, ਤੇਰਾ ਉਧਾਰ ਕਿਵੇਂ ਕਰੀਏ ਦੱਸ। ਕਹਿਣ ਲੱਗੇ ਮੇਰੇ ਨਿਮਿਤ ਇੱਕ ਸ੍ਰੀ ਅਖੰਡ ਪਾਠ ਸਾਹਿਬ ਕਰੋ, ਦੇਗ ਬਣਾਓ, ਲੰਗਰ ਚਲਾਓ,
तो फिर मेरा भला हो जाएगा। कहन लगे साढ़े कोल तो नहीं माया नहीं, जे लंगर भी चलाना है, 3 दिन अखंड पाठ साहब रख के इत्थे रहना, प्रसाद पानी भी छकना तो छकाउणा किवें होएगा। शरारती ने शरारत की सी भी ਸਿੰਘਾਂ ने इत्थे ठहराना। की पता सी शरारत विच किहदा भला हो रहा है, किस रूह ने बख्शिया जाना है। वो आप करवाते ने, सतगुरु जी विधियां बनाते ने, भावें बहाना कोई भी बन जाए। बहाना ही बनया ना भी माता गंगा जी नूं पिरथी चंद की सुपत्नी ने मिहना मारिया सी, कोई गल नहीं, किहड़ा गंगा कोल पुत्तर है, कल नूं गद्दी साडे घर ही आउणी है। ये सुन के माता गंगा जी के अंदर पुत्र भावना की प्रबल इच्छा जागी सी, जिन्हां ने बेनती की ते गुरु हरगोबिंद पातशाह का प्रकाश होया सी। कोई ना कोई विधि बन जाती, बन गई। तो पुछया भाई साहब पुछदे इस प्रेत नूं भई फिर किदां पता लगेगा, एक तो माया की घाट ते दूजा किवें उधार दा किवें पता लगे। कहन लगे माया की फिक्र ना करो, बहुत माया इत्थे पई है। फलानी गुठ जिहड़ी पुट्टो ते 500 दमड़ा, उत्तों दा 500 बहुत है, वो कड्डो ते खुला तुसीं उहदा वरताओ करो। तुसीं भोग पा के देग बनाओगे, तुसीं देग नूं कढ के भोग लगा के ਉਹ ਸਾਹਮਣੇ ਆਲੇ ਵਿੱਚ ਇਹ ਕੌਲੀ 'ਚ ਦੇਗ ਰੱਖ ਦੇਣੀ ਤੇ ਬਾਹਰੋਂ ਬੇਸ਼ੱਕ ਜੰਦਰਾ ਮਾਰ ਦੇਣਾ, ਭਾਬੂਆ ਬੰਦ ਰੱਖਣਾ। ਜਦੋਂ ਤੁਸੀਂ ਛਕ ਛਕਾ ਕੇ ਵੇਖੋਗੇ ਜੇ ਉਹ ਕੌਲੀ ਖਾਲੀ ਹੋਈ ਤੇ ਮੇਰਾ ਉਧਾਰ ਖੋ ਗਿਆ, ਜੇ ਨਾ ਖਾਲੀ ਹੋਈ ਤੇ ਮੇਰਾ ਉਧਾਰ ਨਹੀਂ ਖੋਇਆ। ਪਿਆਰਿਓ ਜਿਉਂਦਿਆਂ ਜੀ ਸਾਨੂੰ ਬੜੀਆਂ ਛੋਟੀਆਂ ਜਿਹੀਆਂ ਗੱਲਾਂ ਲੱਗਦੀਆਂ ਨੇ, ਭਈ ਦੇਗ ਬਣਾਉਣੀ ਕਿਹੜੀ ਗੱਲ, ਕੜਾਹ ਹੀ ਹੈ ਚਲੋ ਬਣਾ ਲਓ। ਕੜਾਹ ਨਹੀਂ, ਜਿਹੜਾ ਸਤਿਗੁਰਾਂ ਲਈ ਦੇਗ ਬਣ ਜਾਂਦੀ, ਜਿਹਨੂੰ ਭੋਗ ਲੱਗ ਜਾਂਦਾ, ਉਹਦੇ ਦਰ 'ਤੇ ਪ੍ਰਵਾਨ ਹੁੰਦਾ ਪ੍ਰਸ਼ਾਦ, ਉਹ ਸੱਚਮੁੱਚ ਉਹਦੀ ਕੀ ਕਲਾ ਵਰਤਦੀ ਹੈ, ਕੋਈ ਭਾਵਨਾ ਦੀ ਅੱਖ ਬਣਾ ਕੇ ਵੇਖੇ। ਐਵੇਂ ਨਹੀਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਵੱਲ ਕਹਿੰਦੇ, ਸਿੰਘੋ ਜਿਹਦੇ ਹੱਥਾਂ ਦਾ ਬਣਿਆ ਪ੍ਰਸ਼ਾਦ 10 ਪਾਤਸ਼ੀਆਂ ਨੇ ਛਕਣਾ ਹੋਵੇ, ਉਹਨੂੰ ਕਿੰਨੀ ਕੁ ਸ਼ਰਧਾ ਨਾਲ ਤਿਆਰ ਕਰਨਾ ਚਾਹੀਦਾ, ਉਹਦੇ ਲਈ ਪਿਆਰ ਭਾਵਨਾ ਹੋਵੇ। ਤਾਈ ਸਿੰਘ ਬਾਣੀ ਪੜ੍ਹਦੇ ਖੋਏ ਮੂੰਹ ਕੱਜ ਕੇ ਇਸ਼ਨਾਨ ਕਰ, ਸੁੱਚੇ ਹੋ ਕੇ ਦੇਗਾਂ ਬਣਾਉਂਦੇ ਨੇ, ਕਿਉਂਕਿ ਸੱਚਮੁੱਚ ਉਹ ਹਾਜ਼ਰ ਨਾਜ਼ਰ ਹੁੰਦੇ, ਪ੍ਰਵਾਨ ਕਰਦੇ ਨੇ ਸਾਹਿਬ। ਪ੍ਰੇਤ ਕਹਿੰਦੇ ਮੇਰਾ ਉਧਾਰ ਹੋ ਜਾਏਗਾ। ਇਸੇ ਤਰ੍ਹਾਂ ਕੀਤਾ ਗਿਆ। ਸਵੇਰੇ ਗੱਲ ਕੀਤੀ ਭਾਈ ਸਾਹਿਬ ਨੇ ਜਥੇ ਦੇ ਸਿੰਘਾਂ ਨਾਲ, ਸਲਾਹ ਬਣੀ ਠੀਕ ਹੈ, ਹੁਕਮ ਅਖੰਡ ਪਾਠ ਸਾਹਿਬ ਰੱਖੇ ਗਏ, ਭੋਗ ਪਏ, ਅਰਦਾਸਾਂ ਹੋਈਆਂ। ਦੇਗ ਜਦੋਂ ਰੱਖੀ ਤੇ ਜਦੋਂ ਬਾਅਦ 'ਚ ਵੇਖੀ ਤੇ ਪ੍ਰਸ਼ਾਦ ਉੱਥੇ ਪਿਆ ਸੀ। ਪਰ ਉਸ ਤੋਂ ਪਹਿਲਾਂ ਭਾਈ ਸਾਹਿਬ ਜੀ ਦੇ ਅੰਦਰ ਜਦੋਂ ਹੁਕਮਨਾਮਾ ਆਇਆ ਨਾ ਭੋਗ 'ਤੇ, ਇੱਕ ਪੰਕਤੀ ਸੀ ਆਖਰੀ, ਜਿਹਦੇ ਵਿੱਚ ਅੰਦਰ ਖਿੜਕਿਆ ਵੀ ਸਤਿਗੁਰੂ ਜੀ ਨਾਰਾਜ਼ ਨੇ, ਕਿਸੇ ਗੱਲੋਂ ਉਧਾਰ ਨਹੀਂ ਖੋਣਾ, ਪਰ ਸਾਂਝੀ ਨਹੀਂ ਕੀਤੀ, ਬਾਅਦ 'ਚ ਕੀਤੀ। ਜਦੋਂ ਪ੍ਰਸ਼ਾਦ ਵੇਖਿਆ ਸਾਰਿਆਂ ਨੇ ਆਖਿਆ ਵੀ ਹੁਣ ਉਧਾਰ ਤੇ ਖੋਇਆ ਨਹੀਂ, ਚਲੋ ਕਹਿੰਦੇ ਇੱਕ ਦਿਨ ਹੋਰ ਠਹਿਰੀਏ, ਜੇ ਉਦੋਂ ਆਇਆ ਸੀ ਤਾਂ ਜ਼ਰੂਰ ਦੁਬਾਰਾ ਆਏਗਾ। ਉਹੀ ਗੱਲ ਹੋਈ ਜਦੋਂ ਅਗਲੇ ਰਾਤ ਅਭਿਆਸ 'ਚ ਬੈਠੇ ਫਿਰ ਆ ਗਏ, ਪਰ ਹੁਣ ਉਹ ਭਿਆਨਕ ਰੂਪ ਕੰਬਦਾ ਨਹੀਂ ਸੀ, ਸ਼ਾਂਤ ਸੀ ਕਾਫੀ। ਕਹਿਣ ਲੱਗਾ ਜੀ ਮੇਰਾ ਉਧਾਰ ਨਹੀਂ ਖੋਇਆ। ਪੁੱਛਿਆ ਕਿਉਂ ਨਹੀਂ ਖੋਇਆ? ਕਹਿਣ ਲੱਗੇ ਪਾਠ ਦੀ ਸੇਵਾ ਕਰਨ ਵਾਲੇ ਪਾਠੀ ਸਿੰਘਾਂ ਕੋਲੋਂ ਇੱਕ ਕੋਲੋਂ ਭੁੱਲ ਹੋ ਗਈ ਹੈ ਕੋਈ। ਸੁੱਤਾ ਸੀ, ਅਚਾਨਕ ਉਹਨਾਂ ਨੂੰ ਪਾਠ ਦੀ ਸੇਵਾ ਲਈ ਤੁਸੀਂ ਉਠਾ ਦਿੱਤਾ। ਕਿਸੇ ਸਿੰਘ ਨੇ ਹੁਕਮ ਸੀ ਕਿ ਅਸੀਂ ਇਸ਼ਨਾਨ ਕਰਕੇ ਸਾਰਿਆਂ ਨੇ ਸੇਵਾ ਨਿਭਾਉਣੀ। ਉਹਨੇ ਆਖਿਆ ਚਲ ਪਹਿਲਾਂ ਇਸ਼ਨਾਨ ਕਰਕੇ ਪਿਆਮ, ਅੱਜ ਥੋੜ੍ਹਾ ਚਿਰ ਹੋਇਆ। ਇਸ਼ਨਾਨ ਤੋਂ ਬਗੈਰ ਉਸ ਨੇ ਹੀ ਪਾਠ ਦੀ ਸੇਵਾ ਕੀਤੀ। ਬਾਥਰੂਮ ਗਿਆ, ਉਹਦੇ ਕਰਕੇ ਉਸ ਦੇ ਬਸਤਰ ਵੀ ਕੁਝ ਪਲੀਤ ਸੀਗੇ। ਕਹਿਣ ਲੱਗੇ ਮੇਰਾ ਤਾਂ ਨਹੀਂ ਉਧਾਰ ਹੋਇਆ, ਇਹ ਮੇਰੇ 'ਤੇ ਕਿਰਪਾ ਕਰੋ, ਤਰਸ ਕਰੋ, ਮੇਰੇ 'ਤੇ ਪਰਉਪਕਾਰ ਇੱਕ ਹੋਰ ਪਾਠ ਕਰੋ। ਪੈਸੇ ਫਿਰ ਦੱਸੇ, ਫਲਾਣੀ ਨੁੱਕਰ 'ਚ ਦੱਬੇ, ਉਦੋਂ ਰਿਵਾਜ਼ ਸੀ, ਲੋਕ ਇਸ ਤਰ੍ਹਾਂ ਦੱਬਦੇ ਸੀ। ਫਿਰ ਜਦੋਂ ਪੈਸੇ ਕੱਢੇ ਗਏ ਉਸੇ ਤਰ੍ਹਾਂ ਮਿਲ ਗਏ, ਸੱਚ ਹੋ ਗਿਆ ਸਾਰਾ ਕੁਝ। ਭੋਗ ਪਿਆ ਅਤੇ ਪ੍ਰਸ਼ਾਦ ਦੀ ਕੌਲੀ ਰੱਖੀ, ਜਦੋਂ ਚੈੱਕ ਕੀਤਾ ਤਾਂ ਪ੍ਰਸ਼ਾਦ ਅਲੋਪ ਸੀ। ਸਿੰਘਾਂ ਨੂੰ ਖੁਸ਼ੀ ਹੋਈ ਭਈ ਵਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਤੁਹਾਡੀ ਬਾਣੀ ਵਿੱਚ ਕਿੰਨੀ ਕਲਾ ਵਰਤਦੀ ਹੈ, ਕਿੰਨੀ ਸ਼ਕਤੀ ਹੈ, ਕਿੰਨੀਆਂ ਰਹਿਮਤਾਂ ਭਰੀਆਂ ਪਈਆਂ ਨੇ। ਕੁਛ ਮੈਂ ਬੇਨਤੀ ਜ਼ਰੂਰ ਕਰਾਂਗਾ। ਗੁਰੂ ਕੇ ਪਿਆਰਿਓ, ਕਈ ਅਣਜਾਣ ਪੁਣੇ 'ਚ ਕਹਿਣਗੇ ਪ੍ਰੇਤ ਆਦਿਕ ਹੁੰਦੇ ਹੀ ਨਹੀਂ। 84 ਲੱਖ ਜੂਨ 'ਚੋਂ ਇੱਕ ਜੂਨ ਪ੍ਰੇਤਾਂ ਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਕਿੰਨੀ ਵਾਰੀ ਇਹ ਬਚਨ ਕਹੇ ਨੇ, ਭਾਈ
ਬਚਨਾ ਧਰਮਰਾਜ ਲੇਖਾ ਜੋਖਾ ਕਰਦਾ ਜੇ ਜਿੰਨੇ ਆਪਾਂ ਕਰਮ ਕਰੀਏ। ਪਰ ਬੰਦਾ ਆਪਣੀ ਖੋਮੇ ਵਿੱਚ ਅਗਿਆਨਤਾ ਵਿੱਚ ਪਰਵਾਹ ਨਹੀਂ ਕਰਦਾ। ਸਤਿਗੁਰੂ ਜੀ ਦੇ ਹੁਕਮ ਨੇ, ਗੁਰੂ ਕੇ ਪਿਆਰਿਓ, ਨਰਪਤ ਰਾਜੇ ਰੰਗ ਰਸ ਮਾਣ, ਬਿਨ ਨਾਮੈ ਪਕੜ ਖੜੇ ਸਭ ਕਲਗਾ। ਜੇ ਨਾਮ ਨਾ ਜਪਿਆ ਤੇ ਧਰਮਰਾਜ ਨੂੰ ਹੁਕਮ ਹੈ, ਭਾਵੇਂ ਕੋ ਰਾਜਾ ਹੈ, ਉਹ ਰਾਜੇ ਦੇ ਰਾਜ ਭਾਗ ਦੇ ਸਾਰੇ ਸੁੱਖ ਆਨੰਦ ਮਾਣਦਾ ਹੋਵੇ, ਉਸ ਨੂੰ ਪਕੜਿਆ ਜਾਣਾ। ਉਹਨੇ ਪਕੜਨ ਦਾ ਮਤਲਬ ਸਜ਼ਾਵਾਂ ਮਿਲਣਗੀਆਂ। ਧਰਮ ਰਾਏ ਸਿਰ ਡੰਡ ਲਗਾਣਾ, ਫਿਰ ਪੁਛਤਾਨੇ ਖਤ ਫਲਗਾ। ਫਿਰ ਜਦੋਂ ਡੰਡ ਮਿਲਦਾ ਤੇ ਫਿਰ ਬੰਦਾ ਪਛਤਾਉਂਦਾ ਹੈ। ਹਰ ਕਿਸੇ ਨੂੰ ਤੇ ਨਹੀਂ ਨਾ ਵਿਪਰੀਤ ਬਣ ਕੇ ਫਿਰ ਮਹਾਰਾਜ ਮੌਕਾ ਦੇਵੇਗਾ। ਸਾਨੂੰ ਚਾਹੀਦਾ ਹੁਣ ਮੌਕਾ ਮਿਲਿਆ ਤੇ ਕੁਰਬਾਨੀ ਨਾਲ ਜੁੜੀਏ ਤੇ ਸੰਭਾਲੀਏ। ਇੰਨਾ ਪਿਆਰ ਕਰੀਏ ਸਤਿਗੁਰੂ ਜੀ ਨੂੰ, ਧਰਮਰਾਜ ਨਾਲ ਵਾਸਤਾ ਹੀ ਨਾ ਪਵੇ, ਪ੍ਰੇਤਾਂ ਨਾਲ ਵਾਸਤਾ ਹੀ ਨਾ ਪਵੇ, ਇਹਨਾਂ ਟੇਢੀਆਂ ਜੂਨਾਂ ਵਿੱਚ ਨਾ ਜਾਣਾ ਪਵੇ। ਜੇ ਕੋਈ ਕਵੇ ਜੂਨਾਂ ਹੀ ਨਹੀਂ, ਸਾਡੇ ਕਹਿਣ ਨਾਲ ਜੂਨਾਂ ਨਹੀਂ ਖਤਮ ਹੋ ਜਾਣੀਆਂ, ਬਿਲਕੁਲ ਨਹੀਂ। ਦੂਸਰੀ ਗੱਲ ਪਤਾ ਲੱਗਦੀ ਹੈ, ਸਤਿਗੁਰਾਂ ਦੇ ਸਤਿਕਾਰ ਵਿੱਚ ਜਿਹੜਾ ਕੇਸੀ ਇਸ਼ਨਾਨ ਕਰਕੇ ਸੁੱਚੇ ਬਸਤਰ ਪਹਿਨ ਕੇ ਸੁਚੇਤ ਹੋ ਕੇ ਪਾਠ ਕਰੀਏ ਤੇ ਕਿਹੜੀ ਕਲਾ ਵਰਤਦੀ ਹੈ ਤੇ ਨਾ ਕਰੀਏ ਤੇ ਕਿਹੜੀ ਨਹੀਂ ਵਰਤਦੀ, ਉਹਦਾ ਵੀ ਸਾਨੂੰ ਪਤਾ ਲੱਗਦਾ ਹੈ ਨਾ ਇਹਨਾਂ ਘਟਨਾਵਾਂ ਤੋਂ ਹੀ। ਗੁਰੂ ਕੇ ਪਿਆਰਿਓ, ਤੀਸਰਾ ਜਿੱਥੇ ਇਹ ਕੁਛ ਪਤਾ ਲੱਗਦਾ ਸਾਨੂੰ, ਉਹ 'ਚ ਇੱਕ ਹੋਰ ਕਲਾ, ਤੀਸਰਾ ਪੱਖ ਹੈ। ਮਹਾਰਾਜ ਜੀ ਨੂੰ ਬਾਣੀ ਵਿੱਚ ਜ਼ਿਕਰ ਕੀਤਾ, ਕਹਿੰਦੇ ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਇੱਕੋ ਇੱਕ ਨਾਮ ਹੈ ਅਕਾਲ ਪੁਰਖ ਦਾ, ਜੇ ਉਹ ਜਪਣਾ ਸ਼ੁਰੂ ਕਰ ਦਈਏ ਤੇ ਪਿਛਲੇ ਵੀ ਲੇਖੇ ਸਤਿਗੁਰੂ ਜੀ ਪਾੜ ਦਿੰਦੇ ਨੇ। ਤਾਂ ਹੀ ਮਹਾਰਾਜ ਜੀ ਦਾ ਸਤਿਕਾਰ। ਇੱਕ ਵਾਰ ਨਾ ਗਿਆਨੀ ਨਾਰ ਸਿੰਘ ਜੀ ਗੁਜਰਵਾਲ, ਉਹ ਜਦੋਂ ਭਾਈ ਸਾਹਿਬ ਆ ਗਏ ਨਾ ਜੇਲ੍ਹ ਤੋਂ, ਇੱਕ ਦਿਨ ਬੈਠਿਆਂ ਗੱਲ ਛਿੜੀ ਤੇ ਪੁੱਛਿਆ, ਕਹਿਣ ਲੱਗੇ ਵੀ ਕਦੇ ਵੀ ਮਿੱਟੀ ਦਾ ਤੇਲ ਨਹੀਂ ਬਾਲਣਾ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ। ਅਖੰਡ ਪਾਠ ਸਾਹਿਬ ਖੋਣ, ਕਿਉਂਕਿ ਬਿਜਲੀ ਉਦੋਂ ਘਰ ਘਰ ਨਹੀਂ ਸੀ, ਬਿਜਲੀ ਤਾਂ ਅਜੇ ਬਹੁਤ ਥੋੜ੍ਹਾ ਸਮਾਂ ਹੋਇਆ ਜਦੋਂ ਆਈਏ, 4 ਚੁਫੇਰੇ ਫੈਲੀ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ, ਹਿੰਦੁਸਤਾਨ ਦੀ। ਅਤੇ ਜਦੋਂ ਪੁੱਛਿਆ ਵੀ ਮਿੱਟੀ ਦਾ ਤੇਲ ਕਿਉਂ ਨਹੀਂ, ਕਹਿਣ ਲੱਗੇ ਜਦੋਂ ਅਸੀਂ ਜੇਲ੍ਹਾਂ ਵਿੱਚ ਸਾਂ, ਜਿੱਥੇ ਮਹਾਰਾਜ ਜੀ ਦਾ ਅਖੰਡ ਪਾਠ ਸ਼ੁਭ ਹੁੰਦਾ ਹੈ, ਅਨੇਕਾਂ ਸ਼ਹੀਦ ਰੂਹਾਂ ਵੀ ਪਾਠ ਸੁਣਦੀਆਂ ਨੇ, ਅਤੇ ਅਸੀਂ ਵੀ ਸੂਖਮ ਮੰਡਲ ਨਾਲ ਸੁਰਤ ਨਾਲ ਹੀ ਚੱਲ ਕੇ ਆ ਕੇ ਗੁਰਬਾਣੀ ਦਾ ਪਾਠ ਸੁਣਦੇ ਰਹੇ ਨਾਰੰਗਵਾਲ। ਕਹਿਣ ਲੱਗੇ ਅੱਛਾ, ਇੰਨੀ ਦੂਰੋਂ ਚੱਲ ਕੇ ਸੂਖਮ ਮੰਡਲ ਨਾਲ ਕਿਵੇਂ? ਇਹ ਰੂਹਾਂ ਦੀਆਂ ਕਹਾਣੀਆਂ ਵੱਖਰੀਆਂ ਨੇ, ਰੂਹਾਨੀਅਤ ਵਿੱਚ ਇਹ ਸਾਰਾ ਕੁਝ ਸੰਭਵ ਹੈ। ਸਾਧ ਸੰਗਤ, ਇਹਨਾਂ ਦੇ ਵਿੱਚ ਕੋਈ ਇਹ ਨਹੀਂ ਵਿਖਾਵਾ ਹੈ, ਕੋਈ ਕਰਾਮਾਤਾਂ ਦਿਖਾਣੀਆਂ ਜਾਂ ਲੋਕਾਂ ਕੋਲੋਂ ਪੈਸੇ ਜਾਂ ਸ਼ੋਹਰਤ ਵਿਖਾ ਕੇ ਤੇ ਕੁਝ ਲੈਣਾ ਇਕੱਠਾ ਕਰਨਾ ਨਹੀਂ। ਸੁੱਤੀ ਸਿੱਧ ਸਹਿਜ ਸੁਭਾਏ ਇਹ ਕਲਾ ਵਰਤਦੀਆਂ ਨੇ। ਭਾਈ ਸਾਹਿਬ ਨੂੰ ਪੁੱਛਿਆ ਜੀ ਜੇਲ੍ਹ ਵਿੱਚੋਂ ਆ ਸਕਦੇ ਸੀ ਪਾਠ ਸੁਣਨ, ਅਤੇ ਕਿਉਂ ਨਾ ਤੁਸੀਂ ਜੇਲ੍ਹ ਵਿੱਚੋਂ ਸਿੰਘਾਂ ਨੂੰ ਲੈ ਕੇ ਇੰਨੇ ਜੋ ਦੁੱਖ ਭੋਗੇ ਆਪ, ਤੇ ਕਿੰਨੇ ਸਿੰਘ ਭੋਗ ਰਹੇ ਨੇ, ਜੇਲ੍ਹ 'ਚੋਂ ਬਾਹਰ ਕਿਉਂ ਨਾ ਆ ਗਏ? ਕਹਿਣ ਲੱਗੇ ਇਸ ਕਰਕੇ ਨਹੀਂ, ਜੇਲ੍ਹ 'ਚੋਂ ਆ ਸਕੀ ਦਾ ਨਾਮ ਜਪਣ ਨਾਲ ਬਾਹਰ, ਕੋਈ ਵੱਡੀ ਗੱਲ ਨਹੀਂ, ਬਹੁਤ ਛੋਟੀ ਗੱਲ ਏ। ਪਰ ਜੋ ਸਤਿਗੁਰੂ ਦੇ ਭਾਣੇ ਵਿੱਚ ਆਨੰਦ ਏ, ਉਹ ਫਿਰ ਭਾਣਾ ਨਹੀਂ ਰਹਿ ਜਾਂਦਾ ਅਤੇ ਸਤਿਗੁਰੂ ਦਾਤਾਂ ਖੋਹ ਲੈਂਦੇ ਨੇ। ਮਹਾਰਾਜ ਜੀ ਦੀਆਂ ਬਰਕਤਾਂ ਦਾ ਪਤਾ ਲੱਗਦਾ। ਕਰਨ ਪਰ ਭਾਈ ਸਾਹਿਬ ਨਾਰੰਗਵਾਲ ਹੀ ਸਨ, ਤਾਂ ਉੱਥੇ ਪ੍ਰੋਫੈਸਰ ਠਾਕੁਰ ਸਿੰਘ ਜੀ ਲਿਖਦੇ ਨੇ, ਉਹਨਾਂ ਦੇ ਪਿਆਰੇ ਜਿਹੇ ਬਚਨ ਨੇ, ਉਹਨਾਂ ਨੇ ਲਿਖਿਆ, ਉਹ ਕਹਿੰਦੇ ਭਾਈ ਜਦੋਂ ਇੱਕ ਦਿਨ ਥੱਲੇ ਕੀਰਤਨ ਹੋ ਰਿਹਾ ਸੀ, ਭਾਈ ਸਾਹਿਬ ਉੱਪਰ ਗਏ, ਰਹਿਰਾਸ ਕਰਨੀ ਸੀ ਅਜੇ, ਅਤੇ ਰਹਿਰਾਸ ਤੋਂ ਬਾਅਦ ਕੀਰਤਨ ਨੂੰ ਗਏ, ਮੁੜ ਕੇ ਆਏ ਹੀ ਨਹੀਂ। ਕਹਿੰਦੇ ਮੈਂ ਵੀ ਦਰਵਾਜ਼ੇ 'ਤੇ ਗਿਆ, ਉਡੀਕਿਆ ਨਹੀਂ ਆਏ। ਕਿੰਨਾ ਸਮਾਂ ਬਾਅਦ ਜਦੋਂ ਅਸੀਂ ਰਹਿਰਾਸ ਕਰ ਲਈ, ਬਾਅਦ ਵਿੱਚ ਆਏ, ਥੋੜ੍ਹੇ ਉਦਾਸ ਸਨ ਭਾਈ ਸਾਹਿਬ। ਜਦੋਂ ਭੋਗ ਪਿਆ ਪੁੱਛਿਆ ਵੀ ਕੀ ਗੱਲ ਤੁਸੀਂ ਅੱਜ ਇੰਨਾ ਸਮਾਂ ਸੰਗਤ ਤੋਂ ਜਾਂ ਨਿਤਨੇਮ ਤੋਂ ਪਰਾਂ ਹੋ ਕੇ ਇਕੱਲੇ ਕਿਉਂ ਰਹੇ? ਕਹਿਣ ਲੱਗੇ ਇੱਕ ਬਹੁਤ ਹੀ ਪਿਆਰ ਵਾਲੀ ਆਤਮਾ ਅੱਜ ਸਰੀਰਕ ਵਿਛੋੜਾ ਦੇ ਕੇ ਚਲੀ ਗਈ, ਉਹਨਾਂ ਨੂੰ ਤੋਰਨ ਗਏ ਸੀ। ਕੌਣ? ਪ੍ਰੋਫੈਸਰ ਪੂਰਨ ਸਿੰਘ। ਦੇਹਰਾਦੂਨ ਉਹਨਾਂ ਨੇ ਚੋਲਾ ਬਦਲਿਆ, 1931 ਦੀ ਗੱਲ ਇਹ।
ਕਹਿੰਦੇ ਉਹ ਚੋਲਾ ਬਦਲ ਗਿਆ, ਉਹਨਾਂ ਨੂੰ ਤੋਰਨ ਗਏ ਸਾਂ ਤੇ ਆਖਿਆ ਵੀ ਤੁਸੀਂ ਕਦੇ ਮਿਲੇ ਆਪਸ ਵਿੱਚ? ਕਹਿੰਦੇ ਸਰੀਰ ਕਰਕੇ ਕਦੇ ਨਹੀਂ ਮੇਲੇ ਖੋਏ, ਪਰ ਰੂਹ ਦੇ ਮੰਡਲ 'ਚ, ਸੁਰਤੀ ਦੇ ਮੰਡਲ 'ਚ ਹਮੇਸ਼ਾ ਇਕੱਠੇ ਰਹੀਦਾ ਸੀ। ਇੰਨੀ ਦੂਰੋਂ ਇਕੱਠੇ ਕਿਵੇਂ ਰਹਿਣਾ, ਇੱਥੇ ਬੈਠੇ ਉਹਨਾਂ ਨੂੰ ਤੋਰਨ ਜਾਣਾ, ਇਹ ਬਾਤਾਂ ਸਾਡੇ ਪਿਆਰਿਓ ਇਸ ਬੁੱਧੀ ਨਾਲ ਸਮਝ ਨਹੀਂ ਆ ਸਕਦੀਆਂ। ਇਹਦੇ ਲਈ ਦਿਲ, ਸ਼ਰਧਾ, ਸਤਿਗੁਰੂ ਨਾਲ ਪਿਆਰ ਭਾਵਨਾ ਹੋਵੇ ਤੇ ਇਹਨਾਂ ਗੱਲਾਂ ਦੀ ਸਮਝ ਇਹ ਨਹੀਂ ਤੇ ਨਹੀਂ ਆਏਗੀ। ਗੁਰੂ ਕੇ ਪਿਆਰਿਓ, ਇਹ ਕਲਾ ਵਰਤਦੀਆਂ ਸਨ। ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਜੀ ਦੇ ਘਰ ਅੰਦਰ ਇਹ ਘਟਨਾਵਾਂ ਨੂੰ ਭਾਈ ਸਾਹਿਬ ਹੋਰਾਂ ਨੇ ਵੱਖ-ਵੱਖ ਕਿਤਾਬਾਂ ਵਿੱਚ ਲਿਖਿਆ ਏ, ਜਿਹੜੀਆਂ ਮੈਂ ਤੁਹਾਡੇ ਨਾਲ ਇਹ ਸਾਂਝੀਆਂ ਕਰਕੇ ਆਖਾਂ। ਕਿਉਂ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬੜੀਆਂ ਬਰਕਤਾਂ ਦਾ ਪਤਾ ਲੱਗਦਾ ਹੈ। ਸਰਦਾਰ ਸੁਰਜਨ ਸਿੰਘ ਜੀ ਹੋਏ ਨੇ, ਉਹ ਵੀ ਗੁਜਰਵਾਲ ਤੋਂ ਹੀ ਸਨ, ਅਤੇ ਉੱਥੋਂ ਭਾਈ ਸਾਹਿਬ ਨਾਲ ਬਹੁਤ ਪਿਆਰ ਸੀ। ਜਦੋਂ ਅੰਮ੍ਰਿਤ ਦੀ ਦਾਤ ਇਹਨਾਂ ਨੂੰ ਮਿਲੀ ਤੇ ਪਹਿਲੇ 15 ਦਿਨ ਬੜੇ ਰੰਗ ਲੱਗੇ। ਨਾਮ ਚੱਲੇ ਤੇ ਅੰਦਰ ਜੋਤ ਪ੍ਰਕਾਸ਼ ਸੀ, ਅਨਹਦ ਵੱਜਦੇ ਸਨ, ਦੀਦਾਰ ਖੁੰਦੇ, ਬਹੁਤ ਕੁਝ ਵਰਤਿਆ। ਪਰ 15 ਦਿਨਾਂ ਬਾਅਦ ਉਹ ਚੀਜ਼ ਘਟਦੀ ਅਲੋਪ ਜਿਹੀ ਹੋ ਗਈ। ਭਾਈ ਸਾਹਿਬ ਨੂੰ ਪੁੱਛਿਆ ਵੀ ਕੀ ਕਾਰਨ? ਪਹਿਲੇ 15 ਦਿਨ ਤੇ ਸੁਰਤੀ ਧਰਤੀ 'ਤੇ ਰਹੀ ਨਹੀਂ। ਸੋਚਿਆ ਤੇ ਮੌਜ ਬਣ ਗਈ, ਇੱਕਦਮ ਅੰਦਰ ਸਾਰਾ ਕੁਝ ਵਰਤ ਰਿਹਾ ਹੈ। ਭਾਈ ਸਾਹਿਬ ਕਹਿਣ ਲੱਗੇ ਉਹ 5 ਪਿਆਰਿਆਂ ਦੀ ਕਮਾਈ ਸੀ, ਜਾਂ ਉਹ ਸਤਿਗੁਰੂ ਜੀ ਦੀ ਸਿੱਧੀ ਕਲਾ ਸੀ। ਆਪਣੇ ਵੱਲੋਂ 5 ਪਿਆਰਿਆਂ ਦੀ ਰਾਹੀਂ ਉਹ ਦਾਤ ਦਿੱਤੀ ਸੀ ਵੀ ਤੋਰਨਾ ਹੈ। ਹੁਣ ਆਪ ਕਮਾਈ ਕਰੋਗੇ ਤੇ ਰਸ ਆਏਗਾ, ਉਹ ਉਦਾਰਾ ਸੀ। ਮਤਲਬ ਇਹ ਨਹੀਂ ਪਈ ਜਦੋਂ ਆਨੰਦ ਆਵੇ ਤੇ ਸਮਝੀਏ ਤੇ ਛੋਟੀ ਜੀ ਗੱਲ ਹੈ। ਅੱਗੇ ਵੀ ਪਿਛਲੇ ਕਥਾਵਾਂ 'ਚ ਇੱਕ ਦੋ ਵਾਰੀ ਜ਼ਿਕਰ ਚੱਲਿਆ ਸੀ, ਜਦੋਂ ਨਾ ਮਹਾਰਾਜ ਇਹ ਦਾਤ ਦਿੰਦਾ ਹੈ, ਕਿਸੇ ਨੂੰ ਅੰਮ੍ਰਿਤ ਛਕਦੇ ਸਾਰ ਦੇ ਦਿੰਦਾ ਹੈ, ਕਈਆਂ ਨੂੰ ਕਿਧਰੇ ਅਚਾਨਕ ਕੋਈ ਸੰਗਤ ਮਿਲ ਜਾਂਦੀ, ਉਦੋਂ ਕੁਛ ਵੀ ਸਬੱਬ ਬਣੇ, ਜਦੋਂ ਸਹਿਜ ਸੁਭਾਅ ਹੀ ਮਨ ਜੁੜ ਜਾਂਦਾ ਹੈ। ਦਿਨੇ ਰਾਤ ਨਾਮ ਤੇ ਬਾਣੀ ਨਾਲ ਜੁੜਨ ਨੂੰ ਜੀ ਚਾਹੁੰਦਾ, ਬਗੈਰ ਯਤਨ ਤੋਂ ਹੀ ਅੰਦਰ ਜੁੜਤਾ ਜਾਂਦਾ, ਰਸ ਬਣਦਾ ਏ, ਦੁਨੀਆ ਤੋਂ ਟੁੱਟ ਕੇ ਕੇਵਲ ਅੰਦਰਲੀ ਦੁਨੀਆ 'ਚ ਵਸ ਜਾਂਦਾ ਹੈ। ਉਦੋਂ ਬੜਾ ਖਤਰਨਾਕ ਮੋੜ ਹੁੰਦਾ ਹੈ। ਗੁਰੂ ਕੇ ਪਿਆਰੇ ਦੱਸਦੇ, ਉਹਦਾ ਕਾਰਨ ਉਹ ਦਾਤ ਮਿਲੀ ਸੀ ਗੁਰਪ੍ਰਸਾਦ ਨਾਲ। ਮਨ ਸਮਝ ਲੈਂਦਾ ਵੀ ਇਹ ਆਪਾਂ ਤੇ ਮਾੜੀ ਜਿਹੀ ਅੱਖ ਬੰਦ ਕਰਦੇ ਹਾਂ ਤੇ ਕਲਾ ਵਰਤ ਜਾਂਦੀ। ਉਹਨਾਂ ਚੀਜ਼ਾਂ ਨੂੰ ਸੰਭਾਲ ਕੇ ਸ਼ੁਕਰ ਚਾਹੀਦਾ ਤੇ ਭੈ ਚਾਹੀਦਾ, ਗਵਾਚੇ ਨਾ। ਅੰਦਰੋਂ ਨਿਕਲੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਅੰਦਰੋਂ ਤਰਲਾ ਹੋਵੇ, ਵਿਸਰ ਨਾਈ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਹੋ। ਉਹ ਦਾਤਾਂ ਸੰਭਾਲੀਆਂ ਹੁੰਦੀਆਂ ਨੇ। ਉਹੀ ਆਪਾਂ ਅੱਜ ਵੇਖ ਰਹੇ ਹਾਂ। ਆਪਾਂ 2-4 ਘਟਨਾ ਸਾਂਝੀਆਂ ਕਰਦੇ ਹਾਂ ਇਹਦੇ ਸੰਬੰਧ ਵਿੱਚ। ਜੇਲ੍ਹ ਚਿੱਠੀਆਂ 'ਚੋਂ, ਅਣਡਿੱਠੀ ਦੁਨੀਆ 'ਚੋਂ ਤੇ ਰੰਗਲੇ ਸੱਜਣ 'ਚੋਂ ਇਹਨਾਂ 'ਚੋਂ ਥੋੜ੍ਹੀਆਂ ਜਿਹੀਆਂ ਇਹ ਤਾਂ ਸਾਨੂੰ ਬਹੁਤ ਸਾਰੀ ਸਿੱਖਿਆ ਮਿਲਦੀ ਹੈ ਵੀ ਇਹ ਚੀਜ਼ ਜਦੋਂ ਮਿਲਦੀ ਹੈ ਤੇ ਇਹਨੂੰ ਉਦੋਂ ਪੂਰਾ ਡਰ ਹੋਵੇ ਵੀ ਇਹ ਮੇਰੇ ਕਰਕੇ ਨਹੀਂ, ਇਹ ਸਤਿਗੁਰਾਂ ਕਰਕੇ ਹੈ। ਸੰਭਾਲੀਏ। ਮਨ ਇਹ ਨਾ ਇੱਕ ਦਿਨ ਮਾੜਾ ਜਿਹਾ ਢਿੱਲਾ ਹੋਵੇ, ਅਗਲੇ ਦਿਨ ਹੋਰ ਢਿੱਲਾ ਹੋ ਜਾਂਦਾ, ਬਸ 2-4 ਦਿਨਾਂ 'ਚ ਕਹਾਣੀ ਖਤਮ, ਮੁੜ ਕੇ ਪਛਤਾਵਾ ਹੀ ਰਹਿ ਜਾਂਦਾ ਹੈ। ਬੰਦਾ ਫਿਰ ਲੱਭਦਾ ਫਿਰਦਾ ਹੈ, ਉਹ ਦਿਨ ਕਿਉਂ ਨਹੀਂ ਆਉਂਦੇ ਜਿਹੜੇ ਪਹਿਲਾਂ ਆਏ ਸੀ। ਉਹ ਦਿਨ ਆਏ ਸੀ, ਰੱਬ ਨੇ ਮੌਕਾ ਦਿੱਤਾ ਸੀ। ਜੇ ਸੰਭਾਲ ਲੈਂਦੇ ਤੇ ਕਦੇ ਨਹੀਂ ਸੰਜਾਣੇ, ਪਰ ਉਹ ਸੰਭਾਲੇ ਨਾ ਜਾਣ ਕਾਰਨ ਬਸ ਗਵਾਚ ਗਏ। ਉਹਦੀ ਮਰਜ਼ੀ ਹੈ। ਹੁਣ ਤਰਲੇ ਤੇ ਮਿੰਨਤਾਂ, ਉਹਨਾਂ ਨਿਮਰਤਾ ਆਵੇ, ਨੀਵੇਂ ਖੋਈਏ ਤਾਂ ਉਹ ਜਾ ਕੇ ਕਿਧਰੇ ਕਹਾਣੀ ਵਰਤੇ, ਨਹੀਂ ਤਾਂ ਮੁਸ਼ਕਲ ਹੈ। ਕਿਉਂਕਿ ਉਹਦੀ ਇਹ ਦਾਤ ਹੈ। ਇੱਕ ਵਾਰ ਨਾ ਹਜ਼ਾਰੀ ਬਾਗ ਵਿੱਚ ਹੀ ਜਦੋਂ ਜੇਲ੍ਹ ਵਿੱਚ ਸਨ ਭਾਈ ਸਾਹਿਬ ਜੀ ਖੁਰੀ, ਅਤੇ ਉਹ ਲਿਖਦੇ ਨੇ ਸਾਨੂੰ ਨਾ ਇਹ ਜੇਲ੍ਹ ਚਿੱਠੀਆਂ ਵਿੱਚ 190 ਅੰਗ 'ਤੇ ਉਹਨਾਂ ਦੀ ਇਹ ਘਟਨਾ ਉਹਨੇ ਅੰਕਿਤ ਕੀਤੀ ਹੈ। ਇੱਕ ਕਿਰਪਾ ਸਿੰਘ ਜੀ ਸਨ, ਭਾਈ ਕਿਰਪਾ ਸਿੰਘ ਜੀ ਲੰਗ ਮਾਜਰੀ ਵਾਲੇ, ਬੜੇ ਪਿਆਰ ਵਾਲੇ ਸਨ। ਤੋਂ ਬਿਮਾਰ ਹੋ ਗਏ, ਬਹੁਤ ਬਿਮਾਰ, ਡਾਕਟਰਾਂ ਕੋਲੋਂ ਦਵਾਈਆਂ ਦਾਰੂ ਚੱਲਦੇ। ਜੇਲ੍ਹ ਵਿੱਚ ਹੀ ਸਨ ਸੱਜਣ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ।
ਸਾਰਿਆਂ ਦੀ। ਜੇਲ੍ਹ ਵਿੱਚ ਹੀ ਅਨੇਕਾਂ ਰੂਹਾਂ ਦੇ ਮੇਲ ਖੋਏ, ਕਿਉਂਕਿ 1914 1930 31 ਤੱਕ ਜੇਲ੍ਹਾਂ 'ਚ ਹੀ ਰਹੇ ਨੇ ਅਤੇ ਇੰਨੇ ਸਮੇਂ 'ਚ ਸਾਰੇ ਦੇਸ਼ ਦੀ ਆਜ਼ਾਦੀ ਲਈ ਸਨ, ਜੇਲ੍ਹਾਂ ਵਿੱਚ ਗਏ। ਅਤੇ ਭਾਈ ਕਿਰਪਾ ਸਿੰਘ ਜੀ ਜਿਹੜੇ ਸੀ ਬਿਮਾਰ ਬਹੁਤ, ਡਾਕਟਰਾਂ ਜਵਾਬ ਦਿੱਤਾ ਅਤੇ ਇਹ ਭਾਈ ਸਾਹਿਬ ਕੋਲ ਆਏ ਕਿਸੇ ਤਰੀਕੇ। ਉਦੋਂ ਕਿਹੜਾ ਮਿਲਣਾ ਸੌਖਾ ਸੀ, ਜੇਲ੍ਹਾਂ ਅੰਦਰ ਕਿਹੜੀ ਮਰਜ਼ੀ ਚੱਲਣੀ, ਕੋਈ ਸਬੱਬ ਬਣਾਉਣਾ, ਕਿਧਰੇ ਬਾਹਰ ਜਦੋਂ ਕੱਢਦੇ ਖੋਣਗੇ, ਕਿਧਰੇ ਪ੍ਰਸ਼ਾਦ ਪਾਣੀ, ਜੋ ਖੁੱਲ੍ਹਾ ਥੋੜ੍ਹਾ ਬਹੁਤਾ ਸਮਾਂ ਮਿਲਦਾ ਹੈ। ਤਾਂ ਉਹਨਾਂ ਨੂੰ ਬੇਨਤੀ ਕੀਤੀ, ਭਾਈ ਸਾਹਿਬ ਜੀ ਮੈਨੂੰ ਕਿਰਪਾ ਕਰੋ, ਮੈਂ ਐਵੇਂ ਜਾ ਰਿਹਾ ਇੰਨਾ ਬਿਮਾਰ, ਇੱਦਾਂ ਹੀ ਲੱਗਦਾ ਮੈਨੂੰ ਤੁਰ ਜਾਣਾ ਪੈਣਾ, ਜ਼ਿੰਦਗੀ 'ਚ ਕੁਝ ਸਵਾਰਿਆ ਨਹੀਂ, ਮੇਰੇ 'ਤੇ ਕਿਰਪਾ ਕਰੋ। ਭਾਈ ਸਾਹਿਬ ਕਹਿਣ ਲੱਗੇ ਸੀ ਕੌਣ ਆ ਤੁਸੀਂ? ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ ਕਰੋ ਅਤੇ ਨਾਮ ਜਪਿਆ ਕਰੋ। 7 ਬਚਨ ਇਹਨੇ ਗੱਲ ਪੱਲੇ ਬੰਨ੍ਹ ਲਈ। ਭਾਈ ਸਾਹਿਬ ਨੇ ਉਚੇਚਾ ਕਹਿੰਦੇ ਅਸੀਂ ਉਚੇਚਾ ਨਹੀਂ ਕਹੀ, ਸਾਡੇ ਮੂੰਹੋਂ ਨਿਕਲ ਗਈ ਗੱਲ। ਭਾਈ ਸਾਹਿਬ ਆਪਣੇ ਆਨੰਦ ਵਿੱਚ ਇਹਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਧਿਆਨ ਧਰਿਆ ਨਾ, ਕਿਉਂਕਿ ਬਚਨ ਸੀ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰੋ ਅਤੇ ਆਪੇ ਉਹ ਬਰਕਤਾਂ ਪਾਉਣਗੇ, ਮਿਹਰਾਂ ਕਰਨਗੇ। ਇਹਨੇ ਧਿਆਨ ਟਿਕਾਇਆ, ਕਿਉਂਕਿ ਦੁਖੀ ਸੀ, ਡਾਕਟਰਾਂ ਵੱਲੋਂ ਜਵਾਬ ਸੀ, ਜ਼ਿੰਦਗੀ ਦਾ ਅੰਤ ਹੋ ਰਿਹਾ ਸੀ, ਕੋਈ ਆਸ ਤੇ ਹੈ ਨਹੀਂ ਸੀ। ਉਹ ਪੂਰੇ ਦਾ ਪੂਰਾ ਧਿਆਨ ਸਤਿਗੁਰੂ ਜੀ ਵੱਲ ਇਕੱਠਾ ਕਰ ਲਿਆ। ਮੁਸ਼ਕਿਲ ਹੈ ਨਾ, ਕਿਉਂਕਿ ਬੰਦੇ ਨੂੰ ਮੌਤ ਚੇਤਾ ਨਹੀਂ ਰਹਿੰਦੀ ਜੇ ਸਰੀਰ ਤੰਦਰੁਸਤ ਹੋਵੇ, ਪਰ ਸਤਿਗੁਰੂ ਜੀ ਮੌਤ ਚੇਤਾ ਕਰਾਉਂਦੇ ਨੇ, ਇਸ ਕਰਕੇ ਧਿਆਨ ਇਕੱਠਾ ਖੋਵੇ, ਨਾਲੇ ਪਤਾ ਵੀ ਥੋੜ੍ਹਾ ਕਦੋਂ ਮੌਤ ਨੇ ਆ ਜਾਣਾ। ਸਾਹਿਬ ਜੀ ਦਾ ਬੱਚੇ ਨੇ ਨਾ, ਹਜ਼ੂਰ ਕਹਿੰਦੇ ਖਮੇ ਆਦਮੀ ਖਾਂ ਇੱਕਦਮੇ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨ ਵੈ ਤਿਸੈ ਸਰਿਓ, ਜਾਂ ਕੇ ਜੇ ਪ੍ਰਾਣਾ। ਪਿਆਰਿਓ ਪਤਾ ਨਹੀਂ ਅਗਲਾ ਦਮ ਆਉਣਾ ਕਿ ਨਹੀਂ ਆਉਣਾ। ਭਾਈ ਕਿਰਪਾ ਸਿੰਘ ਜੀ ਉੱਪਰ ਇਹੋ ਜਿਹੀ ਮਹਾਰਾਜ ਜੀ ਨੇ ਮਿਹਰ ਕੀਤੀ ਵੀ ਜੁੜ ਗਿਆ। ਇੰਨੇ ਰੰਗ ਲੱਗੇ, ਇੰਨੇ ਲੰਗੇ। ਭਾਈ ਸਾਹਿਬ ਵੀ ਹੈਰਾਨ ਵੀ ਕੀ ਹੋਇਆ, ਕਹਿਣ ਲੱਗੇ ਤੁਹਾਡੇ ਹੀ ਬਚਨ ਹੋਇਆ ਏ ਜਿਹਦੇ ਨਾਲ ਇਹ ਰੰਗ ਲੱਗੇ ਨੇ। ਭਾਈ ਸਾਹਿਬ ਨੇ ਤਾਂ ਗੁਪਤ ਅਰਦਾਸ ਹੀ ਕਰਨੀ ਸੀ ਵੀ ਮਹਾਰਾਜ ਤੁਸੀਂ ਜਾਣੋ ਅਤੇ ਇਹ ਜਾਣਨ। ਕਿਰਪਾ ਇੰਨੀ ਹੋ ਗਈ ਵੀ ਉਹਨਾਂ ਦੇ ਅੰਦਰ ਜਿਹੜੀਆਂ ਸ਼ਕਤੀਆਂ ਲਈ ਜੋਗੀ ਤਰਸਦੇ ਫਿਰਦੇ ਨਾ ਲੋਕੀ, ਵੀ ਕਰਾਮਾਤਾਂ ਆ ਜਾਣ, ਸੁਤੇ ਸਿੱਧ ਆਉਣ ਲੱਗ ਪਈਆਂ। ਦਿਨੇ ਰਾਤ ਬਸ ਨਾਮ ਦਾ ਹੀ ਖੰਡਾ ਫਿਰ ਖੜਕੇ, ਹੋਰ ਕੁਛ ਨਹੀਂ ਸੀ। ਜਿੱਥੇ ਵੀ ਸਨ ਬਿਮਾਰੀਆਂ ਦਾ ਕੋਈ ਪਤਾ ਨਹੀਂ ਕਿੱਧਰ ਗਈਆਂ। ਜੇਲ੍ਹ ਭੁੱਲ ਗਈ ਵੀ ਜੇਲ੍ਹ ਚਾਂਗ ਕੇ ਕਿਸੇ ਸੋਹਣੇ ਮਹਿਲਾਂ ਵਿੱਚ ਬੈਠੇ ਹਾਂ, ਕਿਉਂਕਿ ਸੁਰਤੀ ਮਹਾਰਾਜ ਨੇ ਜੋੜ ਲਈ। ਸਰੀਰ ਹੀ ਸੀ ਇੱਥੇ, ਆਪ ਦੇ ਅੰਦਰ ਹੈ ਨਹੀਂ। ਇੱਕ ਦਿਨ ਭਾਈ ਸਾਹਿਬ ਖੁਰਾਂ ਨੂੰ ਨਾ ਜਦੋਂ ਬੈਠੇ ਤੇ ਰਾਤੀ ਸੁਪਨੇ ਵਿੱਚ ਕੌਤਕ ਵਰਤਿਆ, ਕਿਉਂਕਿ ਭਾਈ ਸਾਹਿਬ ਜੀ ਕਈ ਦਿਨਾਂ ਤੋਂ ਭੁੱਖੇ ਸਨ, ਕਿਉਂਕਿ ਪ੍ਰਸ਼ਾਦਾ ਪਾਣੀ ਜਦੋਂ ਕੋਈ ਹੁਕਮ ਨਹੀਂ ਮੰਨਦਾ ਸਰਕਾਰ ਦਾ, ਉਹ ਸਜ਼ਾ ਦਿੰਦੇ, ਜਾਂ ਕਈ ਵਾਰ ਉਹ ਕੁਝ ਖਾਣ ਨੂੰ ਦੇਣਾ ਜੋ ਕੁਝ ਨਹੀਂ ਸੀ ਖਾਣਾ ਚਾਹੁੰਦੇ। ਭੁੱਖ ਹੜਤਾਲਾਂ ਹੁੰਦੀਆਂ ਰਹਿੰਦੀਆਂ ਸੀ। 17 ਦਿਨ ਗੁਜ਼ਰ ਗਏ ਸਨ, ਕੁਛ ਖਾਣ ਨੂੰ ਨਹੀਂ ਸੀ ਮਿਲਿਆ। ਅਤੇ ਉੱਧਰ ਅੰਦਰ ਆਇਆ, ਮਹਾਰਾਜ ਨੇ ਦਿਖਾਇਆ ਵੀ ਅੱਜ ਸਵੇਰੇ ਤੇਰੇ ਲਈ ਫਰੂਟ ਦਾ ਪ੍ਰਬੰਧ ਹੋ ਜਾਣਾ। ਬਾਹਰੋਂ ਭਾਈ ਸਾਹਿਬ ਖਾਂਦੇ ਨਹੀਂ ਸਨ, ਕਿਸੇ ਦਾ ਬਣਿਆ, ਅਤੇ ਕਹਿਣ ਲੱਗੇ 5 ਪਪੀਤੇ ਰੋਜ਼ ਦੇ ਇਹਨਾਂ ਨੂੰ ਮਿਲਿਆ ਕਰਨ, ਫਰੂਟ ਮਿਲਿਆ ਕਰੇ। ਅਤੇ ਪਪੀਤਿਆਂ ਬਾਰੇ ਭਾਈ ਸਾਹਿਬ ਨੇ ਕਦੇ ਪਹਿਲਾਂ ਸੁਣਿਆ ਨਹੀਂ ਸੀ। ਕਹਿੰਦੇ ਉਹਦੇ ਜਿਹੜਾ ਭਾਈ ਕਿਰਪਾ ਸਿੰਘ ਜਦੋਂ ਮਿਲਿਆ ਨਾ, ਕਹਿ ਭਾਈ ਸਾਹਿਬ ਨੂੰ ਮਿਲ ਕੇ ਕਹਿਣ ਲੱਗਾ ਤਿਆਰ ਹੋ ਜਾਓ, ਅੱਜ ਤੁਹਾਡੇ ਲਈ ਪ੍ਰਬੰਧ ਹੋ ਗਿਆ, ਵੇਖ ਲਿਆ ਜੇ। ਤੁਹਾਨੂੰ ਹੁਣ ਫਿਕਰ, ਤੁਹਾਡੀ ਭੁੱਖ ਦੇ ਕੜਾਕੇ ਜਿਹੜੇ ਨੇ ਉਹ ਦੂਰ ਹੋ ਜਾਣਗੇ। ਜਿਵੇਂ ਰਾਤ ਤੁਹਾਡੇ 4 ਚੁਫੇਰੇ ਢੇਰ ਲਾਏ ਸੀ ਨਾ ਸੁਪਨੇ ਵਿੱਚ, ਮਹਾਰਾਜ ਜੀ ਨੇ ਫਲ ਫਰੂਟ ਦੇ 4 ਪ੍ਰਕਾਰ ਦੇ ਸਵਾਦ ਆ ਰਹੇ ਸੀਗੇ, ਉਹ ਅੱਜ ਤੁਹਾਨੂੰ ਪ੍ਰਤੱਖ ਮਿਲਣੇ ਨੇ। ਭਾਈ ਸਾਹਿਬ ਕਹਿੰਦੇ ਤੈਨੂੰ ਕੀ ਪਤਾ? ਕਹਿੰਦੇ ਮੈਨੂੰ ਮਹਾਰਾਜ ਨੇ ਸਾਰਾ ਕੁਝ ਦਿਖਾਇਆ ਹੈ, ਜੋ ਕੁਝ ਤੁਸੀਂ ਇੱਧਰ ਵੇਖ ਰਹੇ ਸੀ ਵੇਖ ਲਿਓ। ਭਾਈ ਸਾਹਿਬ ਨੇ ਧਿਆਨ ਨਹੀਂ ਕੀਤਾ। ਦਿਨ ਚੜ੍ਹਿਆ, ਸੱਚਮੁੱਚ ਹੀ ਡਾਕਟਰ ਆਏ, ਸਾਰਾ ਕੁਝ ਪਹਿਲਾਂ 2 ਅਤੇ ਫਿਰ ਕਹਿਣ ਲੱਗੇ, ਉਹ ਕਹਿੰਦੇ ਤੈਨੂੰ ਹੁਕਮ ਹੈ ਵੀ 5 ਪਪੀਤੇ ਰੋਜ਼ ਮਿਲਿਆ ਕਰਨਗੇ। ਕਹਿੰਦੇ ਹੁਣ 3 ਲਿਆਏ ਹੋ, ਕਹਿੰਦੇ 2 ਸ਼ਾਮ ਨੂੰ ਮਿਲਣਗੇ। ਭਾਈ ਸਾਹਿਬ ਹੈਰਾਨ, ਬਚਨ ਸੱਚਾ ਹੋ ਗਿਆ। 1-2 ਦਿਨ ਗੁਜ਼ਰੇ, ਫਿਰ ਇਸੇ ਤਰ੍ਹਾਂ ਘਟਨਾ ਵਰਤੀ।
ਕਹਿਣ ਲੱਗਾ ਲਓ ਭਾਈ ਸਾਹਿਬ ਹੁਣ ਤੁਹਾਡੇ ਲਈ ਨਾ ਤੁਹਾਨੂੰ ਦੁੱਧ ਰੋਜ਼ ਮਿਲਿਆ ਕਰੇਗਾ। ਦੁੱਧ ਨਹੀਂ, ਗਾਂ ਮਿਲੇਗੀ, ਉਹਦਾ ਰੰਗ ਇਹੋ ਜਿਹਾ ਹੋਏਗਾ ਅਤੇ ਮਗਰ ਬੱਚਾ ਹੋਏਗਾ। ਉਹ ਸਾਰਾ ਕੁਝ ਦੱਸੀ ਜਾਵੇ। ਉਹਨੇ ਕੀਤਾ ਕਿ ਇਹ ਲੰਬਾ ਸਮਾਂ ਨਹੀਂ, ਇੱਕਦਮ ਜਦੋਂ ਗੁਰਬਾਣੀ ਨਾਮ ਨਾਲ ਜੁੜਿਆ, ਧਿਆਨ ਧਰਿਆ, ਧਿਆਨ ਜਦੋਂ ਜੁੜ ਜਾਏ ਨਾ ਫਿਰ ਬਖਸ਼ਾਂ ਅਤੇ ਕਰਾਮਾਤਾਂ ਪਿੱਛੇ ਪਿੱਛੇ ਨੇ। ਸਤਿਗੁਰਾਂ ਦੇ ਬਚਨ ਨੇ ਨਾ, ਸਹਿਬ ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਹਿਰਦੇ 'ਚ ਵਸਾ ਲੇ ਨਾ ਵਾਹਿਗੁਰੂ ਨੂੰ, ਯਾਦ ਕਰੇ ਅਕਾਲ ਪੁਰਖ ਨੂੰ, ਇਹ ਚੀਜ਼ਾਂ ਪਿੱਛੇ ਪਿੱਛੇ ਨੇ। ਪਰ ਇਹਦੇ ਦੋਨੋਂ ਪੱਖ ਵੇਖਣੇ ਪਿਆਰਿਓ, ਇੱਕ ਨਹੀਂ, ਨਹੀਂ ਤੇ ਕੇਵਲ ਕਰਾਮਾਤਾਂ ਦਾ ਖੇਲ ਤਮਾਸ਼ਾ ਜਾਦੂ ਬਣ ਕੇ ਰਹਿ ਜਾਏਗਾ। ਇੱਕ ਗੱਲ ਤਾਂ ਜਦੋਂ ਕਿਸ ਰਾਹ 'ਤੇ ਤੁਰਦਾ, ਇਹ ਨਾਮ ਦੀਆਂ ਬਰਕਤਾਂ ਇਹਨਾਂ ਚੀਜ਼ਾਂ ਤੋਂ ਪਤਾ ਲੱਗਦੀਆਂ ਨੇ। ਗੁਰਬਾਣੀ ਦੀਆਂ ਸ਼ਕਤੀਆਂ ਕਿਵੇਂ ਪ੍ਰਗਟ ਹੁੰਦੀਆਂ ਨੇ, ਇੱਕਦਮ ਬੰਦੇ ਵਿੱਚ ਸ਼ਕਤੀਆਂ ਆ ਜਾਣੀਆਂ। ਉਹ ਆਪਾਂ ਬਾਅਦ 'ਚ ਵੇਖਦੇ ਹਾਂ ਵੀ ਸ਼ਕਤੀਆਂ ਦੀ ਜੇ ਵਰਤੋਂ ਕਰੀਏ ਤਾਂ ਫਿਰ ਹਾਲ ਕੀ ਹੁੰਦਾ ਏ। ਤਾਕਤ ਆਏਗੀ, ਉਹਦਾ ਬਿਰਧ ਏ। ਜਿਹੜਾ ਨੂੰ ਯਾਦ ਕਰਿਓ ਕਿਸੇ ਦਾ ਹੱਕ ਨਹੀਂ ਰੱਖਦਾ, ਪਰ ਉਹਨੂੰ ਸੰਭਾਲਣਾ ਤੇ ਫਰਜ਼ ਹੈ ਨਾ ਆਪਣਾ। ਤਾਂ ਹੀ ਪੁਰਾਣੇ ਬਜ਼ੁਰਗ ਅਰਦਾਸ ਕਰਦੇ ਸਨ, ਅਜਰ ਵਸਤੂ ਨੂੰ ਜਰਨ ਦੀ ਮਹਾਰਾਜ ਜੀ ਸ਼ਕਤੀ ਦਿਓ। ਅਰਦਾਸ 'ਚ ਮੰਗਦੇ ਸੀ ਰੋਜ਼, ਸੰਗਤ ਦੇ ਜੋੜੇ ਝਾੜਨੇ, ਇਹਨਾਂ ਚੀਜ਼ਾਂ ਨਾਲ ਅੰਦਰ ਜਰਨ ਸ਼ਕਤੀ ਬਣਦੀ ਏ। ਝੂਠੇ ਭਾਂਡੇ ਮਾਂਜਣੇ, ਸੰਗਤ ਸਾਹਮਣੇ ਅੰਤਾਂ ਦੀ ਨਿਮਰਤਾ ਗਰੀਬੀ ਵਿੱਚ ਰਹਿਣਾ। ਜਿਹੜਾ ਨੇ ਉਹ ਬਚਨ ਕੀਤਾ ਉਹ ਵੀ ਪੂਰਾ ਹੋ ਗਿਆ। ਅਗਲੇ ਦਿਨ ਸੱਚਮੁੱਚ ਹੁਕਮ ਹੋ ਗਿਆ ਵੀ ਦੁੱਧ ਮਿਲਣਾ। ਫਿਰ ਕਹਿੰਦੇ ਦੁੱਧ ਲਈ ਇਹਨਾਂ ਨੂੰ ਗਾਂ ਲੈ ਦਿੱਤੋ, ਡੇਅਰੀ ਫਾਰਮ ਵਿੱਚ ਇੱਕ ਗਾਂ ਦੇ ਦਿਓ। ਉਸ ਗਾਂ ਦਾ ਦੁੱਧ 2 ਕਿਲੋ ਰੋਜ਼ ਹੁੰਦਾ ਸੀ। ਉਹ ਕਹਿੰਦੇ ਇਹ ਹੀ ਚੋਣਗੇ ਅਤੇ ਇਹ ਹੀ ਪੀਣਗੇ ਦੁੱਧ। ਬੜੇ ਹੈਰਾਨ ਜਦੋਂ ਨਾ 1919 13 ਅਪ੍ਰੈਲ ਵਿਸਾਖੀ ਤੇ ਜਲਿਆਂਵਾਲੇ ਬਾਗ ਦਾ ਸਾਕਾ ਵਰਤਿਆ ਅਤੇ ਇਹਨੇ ਉਸੇ ਦਿਨ ਹੀ ਦੱਸ ਦਿੱਤਾ ਵੀ ਆਹ ਕੁਝ ਘਟਨਾ ਵਾਪਰੀ ਏ। ਉੱਥੇ ਖਬਰ ਅੰਗਰੇਜ਼ ਨੂੰ 16 ਤਰੀਕ ਨੂੰ ਮਿਲਦੀ ਏ ਅਤੇ ਉਹਨਾਂ ਰਹੀ ਅੱਗੋਂ ਸਾਰਿਆਂ ਨੂੰ ਇਹਨੇ ਪਹਿਲਾਂ ਹੀ ਦੱਸ ਦਿੱਤਾ ਸੀ। ਜਦੋਂ ਇਹ ਦੁੱਧ ਵਾਲੀ ਘਟਨਾ ਕਹੀ ਨਾ ਅਤੇ ਭਾਈ ਰਣਧੀਰ ਸਿੰਘ ਨੇ ਬਹੁਤ ਝਿੜਕਿਆ। ਕਹਿਣ ਲੱਗੇ ਉਹ ਜੇ ਤੇਰੇ ਕੋਲ ਸ਼ਕਤੀਆਂ ਆ ਗਈਆਂ ਉਹਨੂੰ ਜਰ ਲੈ। ਘੜੀ ਮੁੜੀ ਦੱਸੀ ਜਾਣਾ, ਕਦੇ ਕਹਿੰਦਾ ਮੈਨੂੰ ਫਰੂਟ ਪਹਿਲਾਂ ਪਤਾ ਲੱਗ ਗਿਆ ਜੇ ਦੁੱਧ ਬਾਰੇ। ਜਿਪ ਤੈਨੂੰ ਸਤਿਗੁਰੂ ਕੋਈ ਦਿਖਾ ਰਹੇ ਨੇ ਤੇ ਇਹਨਾਂ ਨੂੰ ਪ੍ਰਗਟ ਨਾ ਕਰ, ਮਾਰਿਆ ਜਾਏਗਾ। ਪਰ ਜਦੋਂ ਇਹੋ ਜਿਹੀ ਚੀਜ਼ਾਂ ਮਿਲਣ ਹਰ ਕੋਈ ਨਹੀਂ ਸੰਭਾਲ ਸਕਦਾ। ਝਿੜਕਿਆ, ਇਹਨਾਂ ਨੂੰ ਆਖਿਆ। ਉਸ ਤੋਂ ਬਾਅਦ ਇੱਧਰ ਤੇ ਨਹੀਂ ਬੋਲੇ, ਪਰ ਕੁਛ ਨਾ ਕੁਛ ਆਦਮ ਤਾਕ ਕਰਦੇ ਰਹੇ। ਕੁਝ ਸਮਾਂ ਕਲਾ ਵਰਤੀ ਤੇ ਫਿਰ ਅਲੋਪ ਹੋ ਗਏ। ਫਿਰ ਤੇ ਤਰਲੇ ਮਿੰਨਤਾਂ ਰੋਇਆ ਕਰਨੇ, ਦਾਤ ਮਿਲ ਜਾਵੇ। ਮੋੜੋ ਸ਼ਕਤੀਆਂ ਆਉਣ, ਫਿਰ ਕਾਹਨੂੰ ਆਉਣੀਆਂ ਸੀ ਜੇ ਪਹਿਲੀ ਨਹੀਂ ਸੰਭਾਲੀਆਂ ਪਹਿਲਾਂ, ਹੁਣ ਕਾਹਨੂੰ ਆਉਣਗੀਆਂ। ਇਸੇ ਕਰਕੇ ਸਿੱਖ ਨੂੰ ਹੁਕਮ ਹੈ ਮਹਾਰਾਜ ਕੋਲੋਂ ਸ਼ਕਤੀਆਂ ਨਾ ਮੰਗੋ, ਮਾਲਕ ਸਤਿਗੁਰੂ ਜੀ ਨੂੰ ਮੰਗੋ, ਉਹਦੀ ਹਾਜ਼ਰੀ ਖਜੂਰੀ ਮਿਲੇ। ਕਰਾਮਾਤਾਂ ਨਾ ਮੰਗੀਏ, ਦਾਤਾ ਮੰਗੀਏ ਦਾਤਾ। ਭਾਈ ਸਾਹਿਬ ਕਹਿੰਦੇ ਨੇ ਨਾ ਇਹੋ ਜਿਹਾ ਦਾਤਾ ਮੰਗੋ ਮੁੜ ਕੇ ਮੰਗਣ ਦੀ ਲੋੜ ਹੀ ਨਾ ਪਵੇ। ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ। ਸਾਹਿਬ ਕਹਿੰਦੇ ਮੰਗੋ ਰਾਮ ਤੇ ਸਭ ਥੋਕ। ਥੋਕ ਮੰਗੀਏ ਉਸ ਅਕਾਲ ਪੁਰਖ ਕੋਲੋਂ, ਉਹਦਾ ਨਾਮ ਮੰਗੀਏ। ਨਾਮ ਦੇ ਵਿੱਚ ਬੈਠਾ ਸਾਈਂ ਨੂੰ ਮੰਗੀਏ। ਤੂੰ ਮੇਰੇ ਕਹਿਣ ਤੋਂ ਮੁਰਾਦ ਦਾਤ ਇੱਕਦਮ ਮਿਲੀ ਜੇ ਧਿਆਨ ਧਰਾਂਗੇ ਪਤਾ ਲੱਗਾ। ਪਰ ਉਸ ਤੋਂ ਬਾਅਦ ਜੇ ਉਸ ਦਾਤ ਨਾਲ ਮਹਾਰਾਜ ਨੇ ਰਿੱਧੀਆਂ ਸਿੱਧੀਆਂ ਦਿੱਤੀਆਂ ਅਤੇ ਉਹਨੂੰ ਸੰਭਾਲਣਾ ਵੀ ਤੇ ਸੀ ਨਾ, ਉਹ ਸੰਭਾਲੀਆਂ ਨਹੀਂ ਗਈਆਂ। ਇਸੇ ਤਰ੍ਹਾਂ ਭਾਈ ਸਾਹਿਬ ਨੇ ਨਾ ਤਾਂ ਹੀ ਇੱਕ ਘਟਨਾ ਰੰਗਲੇ ਸੱਜਣ ਵਿੱਚ ਲਿਖੀ ਏ। ਸਰਦਾਰ ਅਰਜਨ ਸਿੰਘ ਜੀ ਹੋਏ ਨੇ ਪੰਜੋਖਰਾ ਸਾਹਿਬ ਅੰਬਾਲੇ ਤੋਂ। ਉਹਨਾਂ ਨੇ ਵੀ ਬਹੁਤ ਕਮਾਈ ਸੀ, ਜਥੇ ਨਾਲ ਉਹਨਾਂ ਦਾ ਸੰਬੰਧ ਸੀ। ਇੱਕ ਵਾਰ ਨਾ ਭਾਈ ਸੁਰਜਨ ਸਿੰਘ ਹੋਰੀ, ਜਿਨ੍ਹਾਂ ਦੀ ਆਪਾਂ ਗੱਲ ਪਿੱਛੇ ਵੀ ਕੀਤੀ, ਅੰਮ੍ਰਿਤ ਛਕਣ ਤੋਂ ਬਾਅਦ 15 ਦਿਨ ਰਸ ਕਿਉਂ ਬਣਿਆ ਅਤੇ ਬਾਅਦ 'ਚ ਕਿਉਂ ਚਲਾ ਗਿਆ, ਇਹ ਰਾਜਪੁਰੇ ਗਏ। ਇਹਨਾਂ ਨੇ ਨਾ ਗੱਲਾਂ ਸੁਣੀਆਂ ਸਟੇਸ਼ਨ 'ਤੇ ਕੁਝ ਲੋਕਾਂ ਕੋਲੋਂ ਵੀ ਇੱਧਰ ਇੱਕ ਮਹਾਤਮਾ ਨੇ ਇੱਧਰ ਦੀ ਜੂਹ 'ਚ ਬਹੁਤ ਤਪ ਕਰ ਰਹੇ ਨੇ। ਉਹਨਾਂ ਹੁਲੀਆ ਪੁੱਛਿਆ ਅਤੇ ਕਹਿਣ ਲੱਗੇ ਤੇ ਸਾਡਾ ਸਤਸੰਗੀ ਜਾਪਦਾ, ਉਹਨਾਂ ਦੀਆਂ ਨਿਸ਼ਾਨੀਆਂ ਨੇ। ਪੁੱਛ ਕੇ ਉੱਧਰ ਨੂੰ ਚਲੇ ਗਏ।
ਜਦੋਂ ਗਏ ਤੇ ਉੱਥੇ ਵੇਖਿਆ ਭਈ ਉਹ ਬੈਠੇ ਨੇ ਚਾਰ ਚਫੇਰੇ, ਇਹੋ ਜਿਹੇ ਜੂਹੇ ਭਿਖਰ ਬੰਦਾ ਜਾ ਨਹੀਂ ਸਕਦਾ। ਉਹਨਾਂ ਨੇ ਇੱਕ ਛੱਪਰੀ ਜੀ ਬਣਾਈ ਏ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿਰਾਜਮਾਨ ਨੇ। ਸੰਪਟ ਪਾਠ ਉਹਨਾਂ ਰੱਖਿਆ ਹੋਇਆ। ਜਦੋਂ ਇਹ ਗਏ ਪਹਿਲਾਂ ਤਾਂ ਕੁਝ ਸਮਾਂ ਇੱਧਰ ਕੰਡ ਸੀ, ਇਹ ਬੈਠੇ ਰਹੇ ਵੀ ਕਦੋਂ ਇੱਧਰ ਮੂੰਹ ਕਰਨਗੇ ਪਤਾ ਲੱਗੇ। ਉੱਠ ਲੱਗੋ ਨਾ ਬੁਲਾ ਲਿਆ, ਕਹਿਣ ਲੱਗੇ ਆ ਗਏ ਸੁਰਜਨ ਸਿੰਘ, ਜਾਣਾ ਕਾਹਨੂੰ, ਆ ਜਾਓ। ਖੁਸ਼ੀ ਹੋਈ ਮਿਲ ਕੇ, ਕਹਿਣ ਲੱਗੇ ਆਓ ਫਿਰ ਇੱਥੇ ਬੈਠੋ। ਕਹਿੰਦੇ ਤੁਸੀਂ ਇੱਥੇ ਕਿਉਂ ਬਹਿ ਗਏ? ਕਹਿੰਦੇ ਦੁਨੀਆ ਤੋਂ ਬਚਦੇ ਬੈਠਿਆਂ ਡਰਦੇ ਮਾਰੇ। ਮਹਾਰਾਜ ਦੀ ਕਲਾ ਵਰਤਦੀ, ਉਹ ਸਾਨੂੰ ਹੀ ਕੁਛ ਬਣਾ ਕੇ ਬਹਿ ਗਏ। ਲੋਕ ਮਗਰ ਲੱਗਣ ਲੱਗ ਪਏ ਸੀ ਕਿ ਸਾਡਾ ਹੀ ਨੁਕਸਾਨ ਕਰਨਗੇ। ਇਕੱਲੇ ਬੈਠ ਕੇ ਸਾਈਂ ਨੂੰ ਰਿਝਾਣ ਲਈ ਇੱਧਰ ਬੈਠੀਆਂ ਦੁਨੀਆ ਤੋਂ ਉਹ ਲੇਖ ਹੋ ਕੇ। ਸੁਚੇਤ ਸੀ ਨਾ ਵੀ ਇਹ ਕਰਾਮਾਤਾਂ ਨੂੰ ਉਜਣ ਦੁਨੀਆ ਨੂੰ ਮਗਰ ਲਾ ਕੇ ਕੀ ਕਰਾਂਗੇ, ਖੁਦ ਹੀ ਮਗਰ ਲੱਗ ਜਾਈਏ। ਮਹਾਰਾਜ ਦੇ ਅਸੀਂ ਬਹੁਤ ਹੈ। ਹਾਂ, ਜਿਹਦੇ ਤੋਂ ਨਾ ਸੇਵਾ ਲੈਣੀ ਹੈ ਉਹ ਆਪੇ ਲੈਣ, ਪਰ ਜਿਹੜਾ ਜੁੜਿਆ ਹੁੰਦਾ ਉਹ ਨਹੀਂ ਚਾਹੁੰਦਾ ਵੀ ਦੁਨੀਆ ਦਾ ਇਕੱਠ ਮੇਰੇ ਕੋਲ ਹੋਵੇ। ਉਹ ਤਾਂ ਚਾਹੁੰਦਾ ਮੇਰੇ ਕੋਲ ਸਾਈਂ ਦਾ ਸਿਮਰਨ ਦਾ, ਸਿਮਰਨ ਵਾਲਿਆਂ ਦਾ ਇਕੱਠ ਹੋ ਜਾਏ ਤੇ ਹੋ ਜਾਏ, ਹੋਰ ਨਹੀਂ ਇਕੱਠ ਨੂੰ ਚਾਹੁੰਦਾ। ਉਹਨੂੰ ਬਹੁਤ ਖਤਰਾ ਹੁੰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਨੇ, ਬੰਦਗੀ ਵਾਲਾ ਕਦੇ ਲੋਕਾਂ ਦਾ ਇਕੱਠ ਨਹੀਂ ਚਾਹੁੰਦਾ। ਉਹਨੂੰ ਪਤਾ ਹੈ ਜਿਹੜੀ ਕਲਾ, ਜਿਹੜੀ ਰਹਿਮਤ ਕਲਾ ਕੱਲਿਆਂ ਵਰਤਦੀ, ਉਹ ਕੱਲਿਆਂ ਹੀ ਵਰਤ ਸਕਦੀ ਹੈ, ਦੂਜਾ ਕੋਲ ਹੋਵੇ ਤੇ ਨਹੀਂ। ਉਹ ਕੇਵਲ ਪਰਮੇਸ਼ਰ ਤੇ ਜਪਣ ਵਾਲੇ ਦੋ 'ਚ ਹੀ ਕਹਾਣੀ ਵਰਤਦੀ ਹੈ। ਇਹ ਕਹਿੰਦੇ ਮੈਂ ਤਾਂ ਬੈਠਾ ਵਾਂ, ਚਲੋ ਤੁਸੀਂ ਬਹਿ ਜਾਓ। ਮੈਂ ਵੇਖਿਆ, ਕਹਿੰਦੇ ਇੱਥੇ ਪ੍ਰਕਾਸ਼ ਕੀਤਾ, ਸੰਪਟ ਪਾਠ ਰੱਖਿਆ ਸੀ, ਬਹਿ ਗਏ। ਕਹਿੰਦੇ ਉੱਥੇ ਪਾਠ ਹੋਇਆ, ਕੁਛ ਦਿਨ ਰਹਿ, 5 ਕੁ ਮਹੀਨਿਆਂ ਵਿੱਚ ਉਹ ਸੰਪਟ ਪਾਠ ਦਾ ਭੋਗ ਪੈਣਾ ਸੀ। ਅਤੇ ਜਦੋਂ ਕਹਿੰਦੇ ਇੱਕ ਦਿਨ ਕੀ ਹੋਇਆ ਵੀ ਰਾਤ ਨੂੰ ਇਸ਼ਨਾਨ ਕਰਕੇ ਜਦੋਂ ਬੈਠੇ ਸੀ ਨਾ, ਅਚਾਨਕ ਭਾਈ ਅਰਜਨ ਸਿੰਘ ਜੀ ਉੱਚੀ ਉੱਚੀ ਕਹਿਣ ਲੱਗੇ, ਮਹਾਰਾਜ ਇਹਨਾਂ ਨੂੰ ਮੋੜ ਲਓ, ਇਹ ਮੈਨੂੰ ਨਹੀਂ ਚਾਹੀਦੀਆਂ, ਮੈਨੂੰ ਆਪਣੇ ਚਰਨਾਂ ਨਾਲ ਜੋੜੋ, ਆਪਣੇ ਨਾਮ ਨਾਲ ਜੋੜੋ ਜੀ, ਮੈਨੂੰ ਬਚਾਓ, ਮੈਨੂੰ ਨਹੀਂ ਚਾਹੀਦੀਆਂ। ਕਹਿੰਦੇ ਡਰ ਗਿਆ ਸੁਰਜਨ ਸਿੰਘ, ਖੁਰੇ ਹੁਣ ਕੀ ਕਲਾ ਵਰਤੀ। ਦਿਨ ਚੜ੍ਹੇ ਪੁੱਛਿਆ ਰਾਤ ਕੀ ਕਹਿ ਰਹੇ ਸਾਜੇ? ਕਹਿਣ ਲੱਗੇ ਸਾਰੀ ਦੁਨੀਆ ਦੀਆਂ ਤਾਕਤਾਂ ਮੇਰੇ ਅੰਦਰ ਆਉਣੀਆਂ ਚਾਹੁੰਦੀਆਂ ਸੀ। ਮੈਂ ਗੁਰੂ ਨਾਨਕ ਸਾਹਿਬ ਕੋਲੋਂ ਤਰਲੇ ਕਰਕੇ ਮੰਗ ਰਿਹਾ ਸਾਂ, ਮਾਰੇ ਨੂੰ ਮੋੜੋ, ਇਹ ਤਾਂ ਤੁਹਾਡਾ ਬਚਨ ਰਿੱਧ ਸਿੱਧ ਅਵਰਾ ਸਾਧ, ਮੈਂ ਤਾਕਤਾਂ ਤੋਂ ਕੀ ਲੈਣਾ, ਮੈਨੂੰ ਤਾਂ ਤੂੰ ਚਾਹੀਦਾ ਹੈ। ਜਿਹਨੂੰ ਤੂੰ ਮਿਲ ਗਿਆ ਉਹਨੂੰ ਤਾਕਤਾਂ ਦੀ ਲੋੜ ਹੀ ਨਹੀਂ। ਪਿਆਰਿਓ ਬੜਾ ਔਖਾ, ਹਰ ਬੰਦਾ ਪੈਸੇ ਨਾਲ ਤਾਕਤ ਇਕੱਠੀ ਕਰਦਾ, ਸ਼ੋਹਰਤ ਬਣਾਉਂਦਾ ਅਤੇ ਤਾਕਤ ਲਈ ਤਾਕਤ ਦੀ ਵਰਤੋਂ ਲੋਕਾਂ ਨੂੰ ਦਿਖਾਣੀ ਹੈ ਵੀ ਤੁਹਾਡੇ ਤੋਂ ਵੱਡਾ ਵਾਂ, ਮੈਂ ਆਹ ਕਰ ਸਕਦਾ, ਉਹ ਕਰ ਸਕਦਾ ਵਾਂ। ਪਰ ਜਿਹਨੂੰ ਸੋਝੀ ਹੈ ਨਾ, ਉਹ ਤਾਕਤਾਂ ਨਾ ਵਿਖਾਉਂਦਾ ਅਤੇ ਨਾ ਤਾਕਤਾਂ ਇਕੱਠੀਆਂ ਕਰਦਾ, ਉਹ ਤਾਂ ਸਤਿਗੁਰੂ ਦਾ ਪਿਆਰ ਇਕੱਠਾ ਕਰਦਾ। ਉਹਨੂੰ ਪਤਾ ਹੈ ਜਿੱਥੇ ਸਤਿਗੁਰੂ ਜੀ ਆ ਗਏ ਉੱਥੇ ਤਮਾਮ ਬਖਸ਼ਾਂ ਨਾਲ ਦੀ ਨਾਲ ਹੀ ਖਲੋਤੀਆਂ ਨੇ ਅਤੇ ਸੁੱਖ ਦੇਣ ਵਾਲੀਆਂ ਨੇ। ਤਾਂ ਉਹ ਕਹਿਣ ਲੱਗੇ ਉਹਨਾਂ ਤੋਂ ਬਚਣ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ। ਕਹਿਣ ਲੱਗੇ ਤੁਹਾਨੂੰ ਮੇਰੇ ਕਹਿਣ ਤੋਂ ਮੁਰਾਦ ਕਿਵੇਂ ਹਰ ਘਟਨਾ ਵਿੱਚੋਂ ਕੋਈ ਨਾ ਕੋਈ ਵੱਡੀ ਸਿੱਖਿਆ ਲਗਾਤਾਰ ਸਾਨੂੰ ਮਿਲਦੀ ਹੈ। ਜਦੋਂ ਆਪਾਂ ਇਸ ਰਾਹ 'ਤੇ ਤੁਰੀਏ ਤਾਂ ਬਹੁਤੀ ਵਾਰੀ ਵੇਖਦੇ ਹਾਂ ਸੱਜਣ ਨਾਮ ਨਹੀਂ ਜਪਦੇ, ਗੁਰਬਾਣੀ ਦਾ ਜਾਪ ਤੋ ਧਰਟ ਸਮਝ ਕੇ ਖੱਟ ਜਾਂਦੇ ਵੀ ਥੋੜ੍ਹਾ ਜਿਹਾ ਕਰਕੇ ਪਾਸੇ ਹੋਈਏ ਅਤੇ ਪੱਕੇ ਸਿੱਖ ਖਵਾਈਏ। ਪੱਕੇ ਕੱਚੇ ਤੇ ਮਹਾਰਾਜ ਨੇ ਵੇਖਣਾ ਨਾ, ਆਪਾਂ ਤਾਂ ਨਹੀਂ ਵੇਖ ਸਕਦੇ। ਪਰ ਜਿਹੜੀ ਕਲਾ ਹੁੰਦੀ ਹੈ ਨਾ, ਰੰਗ ਰੱਤਿਆਂ ਦੀ ਸੰਗਤ ਕਰਨੀ, ਇਹਦਾ ਮੁੱਲ ਕੋਈ ਨਹੀਂ, ਇਹਦੇ ਬਦਲ ਵਿੱਚ ਕੋਈ ਚੀਜ਼ ਹੈ ਹੀ ਨਹੀਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਆਰਿਓ ਬੇਅੰਤ ਬੇਅੰਤ ਸ਼ਬਦਾਂ ਦੇ ਅੰਦਰ ਜ਼ੋਰ ਦੇ ਕੇ ਕਹਿੰਦੇ ਨੇ, ਕਿਧਰੇ ਗੁਰਸਿੱਖ ਕਹਿ ਕੇ, ਕਿਧਰੇ ਨਾਮ ਜਪਣ ਵਾਲਾ ਕਹਿ ਕੇ, ਸੰਤ ਕਹਿ ਕੇ, ਸਾਧੂ ਕਹਿ ਕੇ, ਭਈ ਤੁਸੀਂ ਉਹਨਾਂ ਦੀ ਸੰਗਤ ਕਰੋ, ਉਹਨਾਂ 'ਚੋਂ ਲੱਭਦਾ ਜੇ ਬਹੁਤ ਕੁਛ। ਮੈਂ ਬੇਨਤੀ ਕਰ ਲੱਗਾ ਵਾਂ ਸਤਿਗੁਰੂ ਦੇ ਜਿਵੇਂ ਇੱਕ ਬੱਚਾ ਨੇ, ਸਾਹਿਬ ਕਹਿੰਦੇ ਤਿੰਨ ਕੋਲ ਕੁਮਾਹੀ, ਜਿਨ ਪ੍ਰਭ ਸਰਵਣੀ ਸੁਣਿਆ ਰਾਮ, ਸੇ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਪਣਿਆ ਰਾਮ। ਉਹ ਸੁੱਖ ਵਾਲੇ ਨੇ, ਸਹਿਜ ਵਿੱਚ ਚਲੇ ਜਾਂਦੇ ਜਿਹੜੇ ਨਾਮ ਜਪਦੇ ਨੇ। ਕਹਿੰਦੇ ਉਹਨਾਂ ਤੋਂ ਆਪਣੀ ਜਿੰਦ ਘੋਲ ਕਮਾਓ,
ਉਹਨਾਂ ਨੂੰ ਇੰਨਾ ਪਿਆਰ ਕਰੋ, ਸੰਗਤ ਕਰੋ। ਕਿਉਂ ਕਰੀਏ? ਕਹਿੰਦੇ ਸੇ ਸਹਿਜ ਸੁਖੇਲ ਇਹ ਗੁਣੇ ਅਮੋਲੇ ਜਗਤ ਉਦਾਹਰਣ ਆਏ। ਰੱਬ ਜਦੋਂ ਜਗਤ ਦਾ ਉਧਾਰ ਕਰਦਾ ਤੇ ਇਸ ਤਰ੍ਹਾਂ ਹੀ ਕਰਦਾ ਆਪਣੇ ਪਿਆਰਿਆਂ ਦੇ ਰਾਹੀਂ। ਸਿੱਧਾ ਤੇ ਵਾਹਿਗੁਰੂ ਕੀ ਕਹਿਣਗੇ ਕਿਸੇ ਨੂੰ, ਸਾਨੂੰ ਕਿਹੜੀ ਸਮਝ ਆ ਰਹੀ? ਉਹ ਦਿਨ ਰਾਤ ਕੁਝ ਕਹਿ ਰਹੇ ਨੇ, ਪਰ ਉਹ ਗੁਰਮੁਖਾਂ ਦੇ ਜੀਵਨ ਰਾਹੀਂ ਉਹ ਚੀਜ਼ਾਂ ਸਮਝ ਆ ਜਾਂਦੀਆਂ ਨੇ। ਪੈ ਬੋਇਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ। ਜਦੋਂ ਕੋਈ ਜੁੜਦਾ ਨਾ ਨਾਮ ਨਾਲ ਤੇ ਬੜੀਆਂ ਰੂਹਾਂ ਲੰਘਦੀਆਂ। ਪ੍ਰੋਫੈਸਰ ਠਾਕੁਰ ਸਿੰਘ ਹੋਰਾਂ ਨੇ ਨਾ ਇੱਕ ਗੱਲ ਕਹੀ, ਜੋ ਭਾਈ ਸਾਹਿਬ ਦੇ ਬੜੇ ਪਿਆਰੇ ਸਤਸੰਗੀ ਸਨ। ਉਹ ਕਹਿੰਦੇ ਇੱਕ ਵਾਰ ਨਾ ਸਰਦਾਰ ਬਹਾਦਰ ਕਰਤਾਰ ਸਿੰਘ, ਉਹ ਸੀਨੀਅਰ ਜੱਜ ਬਣ ਕੇ ਉਹਨਾਂ ਦੀ ਲੁਧਿਆਣੇ ਬਦਲੀ ਹੋਈ। ਉਹ ਮੇਰੇ ਘਰ ਆਏ, ਕਹਿਣ ਲੱਗੇ ਮੈਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਬਾਰੇ ਬਹੁਤ ਕੁਝ ਸੁਣਿਆ ਹੈ, ਬੜਾ ਜੀ ਚਾਹੁੰਦਾ ਹੈ ਵੀ ਮੈਨੂੰ ਉਹਨਾਂ ਦੇ ਦਰਸ਼ਨ ਹੋਣ। ਮੈਨੂੰ ਪਤਾ ਲੱਗਿਆ ਤੁਸੀਂ ਵੀ ਸੰਗਤ ਕਰਦੇ ਰਹਿੰਦੇ ਹੋ, ਮੈਨੂੰ ਮਿਲਾਇਓ। ਕਹਿੰਦੇ ਹਾਂ ਮੇਰੇ ਕੋਲ ਆਉਂਦੇ ਰਹਿੰਦੇ ਨੇ, ਜਦੋਂ ਖੂਨ ਆਇਆ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਠੀਕ ਸਮਾਂ ਆਇਆ, ਭਾਈ ਸਾਹਿਬ ਆਏ। ਇਹਨਾਂ ਨੇ ਕਹਿੰਦੇ ਅਸੀਂ ਦੱਸਿਆ, ਉਹ ਸਰਦਾਰ ਬਹਾਦਰ ਕਰਤਾਰ ਸਿੰਘ ਜੀ ਹੋਰਾਂ ਨੂੰ ਬੁਲਾਇਆ ਅਤੇ ਦੋਨੋਂ ਜਣੇ ਗਏ, ਭਾਈ ਸਾਹਿਬ ਨੂੰ ਮਿਲਾਇਆ, ਫਤਿਹ ਬੁਲਾ ਕੇ ਉੱਥੇ ਬਹਿ ਗਏ। ਘੰਟਾ ਬੈਠੇ ਰਹੇ, ਇੱਕ ਵੀ ਵਚਨ ਨਾ ਭਾਈ ਸਾਹਿਬ ਨੇ ਕੀਤਾ ਅਤੇ ਨਾ ਇਸ ਜੱਜ ਸਾਹਿਬ ਨੇ ਕੀਤਾ। ਦੋਨੋਂ ਖਾਮੋਸ਼। ਘੰਟਾ ਬੀਤ ਗਿਆ। ਘੰਟੇ ਬਾਅਦ ਭਾਈ ਸਾਹਿਬ ਨੇ ਨੇਤਰ ਖੋਲ੍ਹੇ, ਕਹਿੰਦੇ ਚੰਗਾ ਇਜਾਜ਼ਤ ਦਿਓ। ਉੱਠ ਕੇ ਬਾਹਰ ਆ ਗਏ। ਅਸੀਂ ਇਹਨਾਂ ਨੂੰ ਤੋਰ ਆਏ। ਥੋੜ੍ਹੇ ਸਮੇਂ ਬਾਅਦ ਇਹਨਾਂ ਦੀ ਜਲੰਧਰ ਬਦਲੀ ਹੋ ਗਈ ਅਤੇ ਜਦੋਂ ਬਦਲੀ ਹੋਈ ਤਾਂ ਉੱਥੇ ਇੱਕ ਦਿਨ ਮੇਲ ਹੋਇਆ। ਕਹਿਣ ਲੱਗੇ ਪ੍ਰੋਫੈਸਰ ਸਾਹਿਬ ਆਓ ਤੁਹਾਨੂੰ ਦੱਸੀ ਉਸ ਦਿਨ ਕੀ ਹੋਇਆ ਸੀ। ਕਹਿੰਦੇ ਤੁਸੀਂ ਕਹੋਗੇ ਵੀ ਘੰਟਾ ਮਿਲਾਇਆ ਵੀ, ਤੁਸੀਂ ਕਿਆ ਮਿਲਾਉਣਾ ਅਤੇ ਮਿਲੇ ਵੀ, ਗੱਲ ਵੀ ਕੋਈ ਨਹੀਂ ਕੀਤੀ ਅਤੇ ਕੀ ਚੱਕਰ ਹੋਇਆ? ਕਹਿਣ ਲੱਗੇ ਗੱਲ ਇਹ ਸੀ, ਜਦੋਂ ਤੁਸੀਂ ਮਿਲਾਇਆ ਭਾਈ ਸਾਹਿਬ ਦੇ ਦਰਸ਼ਨ ਕੀਤੇ, ਜਦੋਂ ਉਸ ਔਰੇ ਵਿੱਚ ਗਏ ਇੱਕਦਮ ਮੇਰੇ ਅੰਦਰ ਜੋਤ ਦਾ ਪ੍ਰਕਾਸ਼ ਹੋਇਆ। ਮੈਂ ਪ੍ਰਕਾਸ਼ ਵਿੱਚ ਪੂਰਨ ਤੌਰ 'ਤੇ ਕਿਸੇ ਆਨੰਦ ਵਿੱਚ ਚਲਾ ਗਿਆ। ਮੈਨੂੰ ਆਪਣੇ ਆਪ 'ਤੇ ਸ਼ੱਕ ਹੁੰਦਾ ਸੀ, ਮੈਂ ਧਰਤੀ 'ਤੇ ਹੀ ਹਾਂ, ਆਕਾਸ਼ਾਂ 'ਚ ਤਾਂ ਨਹੀਂ ਉੱਡਿਆ, ਮੇਰੇ ਦਿਮਾਗ ਨੂੰ ਤਾਂ ਕੁਝ ਨਹੀਂ ਖੋ ਗਿਆ। ਜਦੋਂ ਕਿਸੇ 'ਤੇ ਕਲਾ ਨਾ ਵਰਤੀ ਹੋਵੇ ਉਹ ਪਹਿਲੀ ਵਾਰੀ ਡਰਦਾ ਹੀ ਡਰਦਾ ਹੈ। ਅਤੇ ਜੇ ਗੁਰਮੁਖਾਂ ਦੀ ਸੰਗਤ ਮਿਲਦੀ ਰਹੇ ਫਿਰ ਡਰ ਨਹੀਂ, ਉਹਦੇ ਸ਼ੁਕਰ ਵਿੱਚ ਹੁੰਦਾ। ਉਹ ਕਹਿੰਦੇ ਅੱਗੇ ਐਖੋ ਜੀ ਮੈਂ ਡਰਿਆ ਘਬਰਾਇਆ ਵੀ, ਪਰ ਆਨੰਦ ਬੜਾ। ਜਦੋਂ ਤੁਰ ਕੇ ਆ ਗਏ ਅਤੇ ਕਹਿੰਦੇ ਮੈਂ ਜਦੋਂ ਬਾਹਰ ਆਇਆ, ਕਾਫੀ ਦੂਰ ਤੁਸੀਂ ਤੋਰ ਕੇ ਗਏ, ਅਚਾਨਕ ਫਿਰ ਉਹ ਇੰਝ ਚੀਜ਼ ਬੰਦ ਹੋ ਗਈ ਜਿਵੇਂ ਕੋਈ ਬਿਜਲੀ ਦਾ ਸਵਿੱਚ ਬੰਦ ਕਰੀਦਾ। ਉਸ ਨੂੰ ਕਹਿੰਦੇ ਅੱਜ ਵੀ ਯਾਦ ਕਰਕੇ ਆਨੰਦ ਬਣ ਜਾਂਦਾ ਹੈ। ਜਪਣ ਵਾਲਿਆਂ ਦਾ ਔਰਾ ਸੰਗਤ ਵਿੱਚ ਬੈਠਿਆਂ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਖਾਲ। ਰੰਗ ਚੜ੍ਹਦਾ ਏ, ਐਵੇਂ ਨਹੀਂ ਮੰਗਿਆ ਜਾਂਦਾ ਰੰਗ ਰੱਤਿਆਂ ਦੀ ਸੰਗਤ। ਬਹੁਤ ਸਾਰਾ ਸਫ਼ਰ ਪਿਆਰਿਓ ਘਟ ਜਾਂਦਾ ਹੈ ਜੇਕਰ ਜਪਣ ਵਾਲਿਆਂ ਦੀ, ਸਤਿਗੁਰੂ ਦੇ ਪਿਆਰ ਵਾਲਿਆਂ ਦੀ ਸੰਗਤ ਮਿਲ ਜਾਵੇ ਤਾਂ। ਕਹਾਣੀ ਇਹ ਬਹੁਤ ਲੰਬੇਰੀ ਹੈ, ਕੇਵਲ ਸਮਝਣ ਲਈ ਇੰਨੀ ਕੋਈ। ਮੇਰੇ ਕਹਿਣ ਤੋਂ ਮੁਰਾਦ ਫਿਰ ਇਹ ਲੋਕ ਮਦਦ ਵੀ ਕਰਦੇ ਨੇ। ਪ੍ਰੋਫੈਸਰ ਸਾਹਿਬ ਵੀ ਲਿਖਦੇ ਨੇ, ਕਹਿੰਦੇ ਮੈਂ ਖਾਲਸਾ ਕਾਲਜ ਨਾ ਅੰਮ੍ਰਿਤਸਰ ਪੜ੍ਹਦਾ ਸੀ ਅਤੇ ਖੇਡਦਾ ਸੀ। ਅਤੇ ਉੱਥੇ ਕੀ ਹੋਇਆ ਨਾ, ਇੱਕ ਕਪਤਾਨ ਸੀ ਜਿਹੜਾ ਪਹਿਲਾਂ ਸੀ, ਉਹ ਬਦਲ ਗਿਆ ਅਤੇ ਉਹਨੇ ਸਰਦਾਰ ਜੈ ਸਿੰਘ, ਜਿਹੜਾ ਕਿ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦਾ ਸੀ, ਉੱਧਰ ਜੰਗ ਵਿੱਚ ਵੀ ਹਿੱਸਾ ਲਿਆ ਸੀ ਉਹਨੇ, ਤਾਂ ਉਹਨੂੰ ਅੰਗਰੇਜ਼ ਸਰਕਾਰ ਨੇ ਬਹੁਤ ਸਾਰੀ ਜਗੀਰ ਦਿੱਤੀ ਸੀ, ਪੈਸਾ ਕਾਫੀ ਸੀ। ਉਹ ਅੰਮ੍ਰਿਤਸਰ ਆ ਗਿਆ, ਸਾਡੇ ਕੋਲ ਆਇਆ ਇੱਥੇ। ਉਹ ਹਾਕੀ ਦਾ ਵੀ ਸ਼ੌਕੀਨ ਸੀ ਅਤੇ ਜਦੋਂ ਹਾਕੀ ਖਿਡਾਣੀ ਤਾਂ ਉਹਨੇ ਰੋਜ਼ ਨਾਲ ਸਾਨੂੰ ਸਾਰਿਆਂ ਨੇ ਦਰਬਾਰ ਸਾਹਿਬ ਲੈ ਕੇ ਜਾਣਾ, ਹਰਿਮੰਦਰ ਸਾਹਿਬ ਰੋਜ਼ ਜਾਂਦੇ ਸਾਂ। ਅਤੇ ਇੱਕ ਦਿਨ ਕੀ ਹੋਇਆ, ਇੱਕ ਸ਼ਰਾਰਤੀ ਮੁੰਡੇ ਨੇ ਕਿ ਅੱਜ ਆਪਾਂ ਬਾਹਰ ਬਾਜ਼ਾਰ 'ਚ ਚੱਲੀਏ, ਕਮਰਾ ਬੁੱਕ ਕਰੀਏ, ਉੱਥੇ ਖਾਵਾਂ ਪੀਵਾਂਗੇ, ਗਾਣੇ ਵਗਾਣੇ ਸੁਣਾਂਗੇ। ਕਹਿੰਦੇ ਅਸੀਂ ਨਾ ਨੂੰ ਕੀਤੀ, ਪਰ ਸਾਡੀ ਕੋਈ ਪੇਸ਼ ਨਾ ਗਈ। ਪ੍ਰੋਫੈਸਰ ਠਾਕੁਰ ਸਿੰਘ ਜੀ ਕਹਿੰਦੇ, ਅਤੇ ਜਦੋਂ ਉਹਨਾਂ ਸ਼ਰਾਰਤੀ ਮੁੰਡੇ ਦਾ ਮਤਲਬ ਸੀ ਵੀ ਜਦੋਂ ਜਾਣਾ ਨਾ ਕਪਤਾਨ ਜੈ ਸਿੰਘ ਨੇ ਲੈ ਕੇ, ਤਾਂ ਉਹਨੇ ਦੇਖ ਕਰਾਣੀ ਖੁੱਲ੍ਹੀ ਸਾਰੀ ਅਤੇ ਮੁੰਡਿਆਂ ਨੂੰ ਖੂਬ ਛਕਾਣੀ, ਅਤੇ ਬੜੇ ਖੁਸ਼ ਸੀ ਮੁੰਡੇ। ਉਹ ਸ਼ਰਾਰਤੀ ਨੇ ਸੋਚਿਆ ਵੀ ਇਹਨਾਂ ਕੋਲ ਪੈਸਾ ਖਰਚਾ ਇਹ ਦੇਣਗੇ, ਆਪਾਂ ਬਾਹਰ ਦਾ ਵੀ ਮੌਜ ਮੇਲਾ ਵੇਖੀਏ। ਅਤੇ ਕਪਤਾਨ ਜੈ ਸਿੰਘ ਨੇ ਤਾਂ ਨਾ ਨਹੀਂ ਕੀਤੀ। ਪ੍ਰੋਫੈਸਰ ਠਾਕੁਰ ਸਿੰਘ ਜੀ ਕਹਿੰਦੇ ਮੈਨੂੰ ਬੜਾ ਅਫਸੋਸ ਵੀ ਕੀ ਹੋ ਰਿਹਾ ਹੈ। ਨਾ ਨੁੱਕਰ ਕੀਤੀ, ਮੰਨੇ ਨਾ ਜਾਣਾ ਪਿਆ।
ਜਦੋਂ ਕਹਿੰਦੇ ਉਸ ਕਮਰੇ ਉੱਪਰ ਸੀਗਾ ਉਹ ਕਮਰਾ, ਪੌੜੀ ਚੜ੍ਹਨ ਲੱਗੇ ਤੇ ਅੱਗੇ ਸਾਹਮਣੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਚਿੱਟੇ ਬਸਤਰਾਂ ਵਿੱਚ ਸਾਹਮਣੇ ਖਲੋਤੇ। ਕਹਿਣ ਲੱਗੇ ਇਹ ਕਿੱਥੇ ਚੱਲਿਆ ਈ? ਬਸ ਉਦੋਂ ਹੀ ਕਹਿੰਦੇ ਮੈਂ ਇੱਕਦਮ ਦੌੜਿਆ, ਕੰਬਿਆ, ਭਾਈ ਸਾਹਿਬ ਕਿਵੇਂ ਪ੍ਰਗਟ ਹੋ ਗਏ? ਭਾਈ ਸਾਹਿਬ ਤੇ ਉੱਥੇ ਨਹੀਂ ਸਨ। ਮਹਾਰਾਜ ਜੀ ਨੇ ਉਹਨਾਂ ਦਾ ਰੂਪ ਬਣਾ ਕੇ ਕੋਈ ਜਵਾਬ ਦੇਣਾ ਸੀ। ਤੇ ਦੌੜ ਕੇ ਮੈਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਇਆ ਤੇ ਖਿਮਾ ਮੰਗੀ। ਮੇਰੇ ਕਹਿਣ ਤੋਂ ਮੁਰਾਦ ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਹੁੰਦੀ ਉਹ ਆਪਣੇ ਪਿਆਰਿਆਂ ਦੀ ਇਸ ਤਰ੍ਹਾਂ ਹੀ ਮਦਦ ਕਰਦੇ ਨੇ। ਉਹਨਾਂ ਦੇ ਆਪਣੇ ਢੰਗ ਹੁੰਦੇ ਨੇ, ਉਹ ਕੋਈ ਕਿਸੇ ਮਰਿਆਦਾ ਵਿੱਚ ਨਹੀਂ ਬੱਝੇ ਖੁੰਦੇ ਭਈ ਆਹ ਹੀ ਕੰਮ ਉਹ ਕਰਨਗੇ ਤੇ ਉਹਨਾਂ ਦੀ ਮਹਾਨਤਾ ਹੈ। ਪਿਆਰਿਓ, ਜਿੰਨੀਆਂ ਵੀ ਆਪਾਂ ਗੱਲਾਂ ਸਾਂਝੀਆਂ ਕਰਦੇ ਹਾਂ ਭਾਈ ਸਾਹਿਬ ਦੇ ਜੀਵਨ 'ਚ, ਇਹ ਸਾਰਾ ਕੁਝ ਦਾ ਕਹਿਣ ਤੋਂ ਮੁਰਾਦ ਹੈ ਅਸੀਂ ਕਿਵੇਂ ਆਪਸ ਵਿੱਚ ਫੁੱਟ ਦਾ ਸ਼ਿਕਾਰ ਖੋ ਕੇ ਇੱਕ ਦੂਸਰੇ ਨੂੰ ਮਾੜਾ ਚੰਗਾ ਕਹਿਣ 'ਤੇ ਸਾਰੀ ਤਾਕਤ ਅਜਾਈਂ ਗਵਾਉਂਦੇ ਹਾਂ। ਜੇ ਮਹਾਰਾਜ ਵੱਲ ਆਉਂਦੇ ਹਾਂ ਅਤੇ 100 ਸਵਾਲ ਲੈ ਕੇ ਆਉਂਦੇ ਹਾਂ, ਛੱਡ ਦਈਏ ਸਾਰੇ ਸਵਾਲ ਜਵਾਬ, ਕਰੀਏ ਕੇਵਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪਿਆਰ, ਅਤੇ ਪਿਆਰ ਕਰਕੇ ਖੁਦ ਜਪੀਏ, ਜਪਣ ਵਾਲਿਆਂ ਦੀ ਸੰਗਤ ਕਰੀਏ। ਫਿਰ ਸਤਿਗੁਰੂ ਜਦੋਂ ਰੰਗ ਲਾਉਂਦੇ ਨੇ, ਇੱਕਦਮ ਰੰਗ ਲਾਉਂਦੇ ਰੰਗ ਲੱਗਣਗੇ ਅਤੇ ਆਹ ਸਿਆਪੇ ਜਿਹੜੇ ਗਲਪ ਪਏ ਨੇ ਕਿਧਰੇ ਮਨ ਦੇ ਵਿਸ਼ੇ ਵਿਕਾਰਾਂ ਦੇ, ਆਲੇ ਦੁਆਲੇ ਮਾੜਾ ਕਹਿਣ ਦੇ, ਆਪੇ ਮੁੱਕ ਜਾਣਗੇ। ਜਿਹੜੀ ਚੜ੍ਹਦੀ ਕਲਾ ਪੰਥ ਦੀ ਚਾਹੁੰਦੇ ਹਾਂ ਉਹ ਗੁਰੂ ਸ਼ਬਦ ਨਾਲ ਜੁੜਾਂਗੇ ਅਤੇ ਆਪਣੇ ਆਪ ਹੀ ਚੜ੍ਹਦੀ ਕਲਾ ਹੋਏਗੀ। ਅਤੇ ਜੇ ਅੰਦਰ ਢਹਿੰਦੀ ਕਲਾ ਹੈ ਤਾਂ ਬਾਹਰ ਕਿੱਥੋਂ ਚੜ੍ਹਦੀ ਕਲਾ ਹੋਏਗੀ? ਉਹ ਸਾਰਾ ਕੁਝ ਤਦੇ ਹੀ ਵਾਪਰਨਾ ਹੈ ਜੇਕਰ ਆਪਾਂ ਸਤਿਗੁਰਾਂ ਦੀ ਬਾਣੀ ਨਾਲ ਜੁੜਾਂਗੇ, ਨਾਮ ਨਾਲ ਜੁੜਾਂਗੇ। ਪਿਆਰਿਓ, ਜੇ ਸਾਡੇ ਅੰਦਰ ਸਤਿਗੁਰੂ ਲਈ ਅਥਾਹ ਸ਼ਰਧਾ ਅਤੇ ਪਿਆਰ ਹੋਏਗਾ ਤਾਂ ਆਓ ਆਪਾਂ ਰਲ ਮਿਲ ਕੇ ਯਤਨ ਕਰੀਏ। ਕੋਈ ਵੀ ਗੁਰੂ ਕਾ ਪਿਆਰਾ ਜਿਹਨੇ ਜਪਿਆ, ਉਹਨਾਂ ਦੀਆਂ ਜੇ ਪੁਸਤਕਾਂ ਮਿਲੀਆਂ ਤਾਂ ਉਹ ਵੀ ਪੜ੍ਹਿਆ ਕਰੀਏ। ਸੰਗਤ ਮਿਲੇ ਮੌਜੂਦਾ ਰੂਪ ਅੰਦਰ, ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਜੋੜ ਰਿਹਾ, ਕੋਈ ਜੁੜ ਰਿਹਾ, ਜ਼ਰੂਰ ਅਦਬ ਸਤਿਕਾਰ ਕਰੀਏ। ਬਾਕੀ ਮਜ਼ਹਬਾਂ ਦੇ ਲੋਕ ਕੌਣ, ਜਿਹੜਾ ਕੋਈ ਰੱਬ ਨਾਲ ਜੁੜਿਆ ਉਹਨੂੰ ਓਨਾ ਹੀ ਪਿਆਰ ਕਰੀਏ ਜਿੰਨਾ ਆਪਣਿਆਂ ਨੂੰ ਕਰਦੇ ਹਾਂ। ਪਿਆਰਿਓ, ਕੀ ਪਤਾ ਵਾਹਿਗੁਰੂ ਕਹਿੰਦਾ ਭਈ ਉਹ ਕਿਹੜੇ ਕਿਹੜੇ ਰੰਗ ਵਿੱਚ ਤੁਰਿਆ ਫਿਰਦਾ ਹੈ, ਤਾਂ ਉਹ ਜਾਣੇ। ਆਪਾਂ ਸਭ ਤੋਂ ਨੀਵੇਂ ਬਣ ਕੇ ਅਤੇ ਇਹੀ ਅਰਦਾਸ ਕਰੀਏ, ਸਤਿਗੁਰੂ ਜਿਵੇਂ ਉਹਨਾਂ ਗੁਰਸਿੱਖਾਂ ਨੂੰ ਜੋੜਿਆ, ਸਾਨੂੰ ਵੀ ਉਹਨਾਂ ਦੇ ਪੈਰਾਂ ਪਿੱਛੇ ਜੋੜੋ। ਜਿਵੇਂ ਉਹਨਾਂ 'ਤੇ ਕਲਾ ਵਰਤਦੀ ਅੰਦਰ ਜੋਤ ਦਾ ਪ੍ਰਕਾਸ਼ ਹੋਣਾ, ਅਨਖਦ ਸੋਨੇ ਰੰਗ ਲੱਗਣੇ, ਪੂਰੇ ਅਖੰਡ ਪਾਠ ਸਾਹਿਬ ਵੀ ਸੁਣ ਲੈਣੇ। ਇੱਕ ਹੁੰਦਾ ਪਿਆਰ ਵਿੱਚ, ਇੱਕ ਹੁੰਦਾ ਹੱਠ ਕਰਨਾ, ਹੱਠ ਨਹੀਂ ਚਾਹੀਦਾ ਪਿਆਰ ਵਿੱਚ। ਸੁੱਤੇ ਸੇ ਜਦੋਂ ਜਿਹੜਾ ਕੰਮ ਉਹ ਕਰਵਾਉਣ ਮਹਾਰਾਜ, ਉਹਦਾ ਲੇਖਾ ਜੋਖਾ ਨਹੀਂ ਹੁੰਦਾ। ਜਿਹੜਾ ਆਪਾਂ ਕਰੀਏ ਆਪਣੀ ਕੌਮੇ 'ਚ ਉਹਦਾ ਲੇਖਾ ਜੋਖਾ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਡੀ ਜਪਣ ਵਾਲਿਆਂ ਦੀ, ਸਤਿਕਾਰਯੋਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੀ ਦੀ, ਜਿਨ੍ਹਾਂ ਨੂੰ ਸਤਿਗੁਰੂ ਨੇ ਨਿਵਾਜਿਆ ਅਤੇ ਉਹਨਾਂ ਰਾਹੀਂ ਅਨੇਕਾਂ ਰੂਹਾਂ ਨਿਵਾਜੀਆਂ ਗਈਆਂ। ਵੱਡੀ ਕਿਰਪਾ ਕੀਤੀ ਉਹਨਾਂ ਨੇ ਆਪਣੇ ਹੱਥੀਂ ਜਿਹੜੀਆਂ ਪੁਸਤਕਾਂ ਲਿਖ ਕੇ ਬਹੁਤ ਸਾਰੀਆਂ ਘਟਨਾਵਾਂ ਲਿਖੀਆਂ। ਇਹਨਾਂ ਤੋਂ ਸਾਡਾ ਹੋਰ ਸ਼ਰਧਾ ਅਤੇ ਪਿਆਰ ਸਤਿਗੁਰਾਂ ਨਾਲ ਵੀ ਬਣਦਾ ਹੈ, ਨਾਮ ਜਪਣ ਲਈ ਉਤਸ਼ਾਹ ਬਣਦਾ ਹੈ, ਸੰਗਤ ਦੀ ਕੀਮਤ ਦਾ ਪਤਾ ਲੱਗਦਾ ਹੈ। ਕਰੋੜਾਂ ਵਾਰੀ ਸ਼ੁਕਰ ਹੈ ਸਤਿਗੁਰਾਂ ਦਾ ਅਤੇ ਇਹਨਾਂ ਰੰਗ ਰਤਿਆਂ ਦਾ ਜੀ। ਅਤੇ ਸਾਡੀ ਅਰਦਾਸ ਸੇ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ। ਇਹੋ ਜਿਹਿਆਂ ਦੀ ਸ਼ਰਨ ਵਿੱਚ ਸਾਡਾ ਸਿਰ ਝੁਕਦਾ ਹੈ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।